BTV देख रहे सारे ही दर्शकों को मेरे वालों यानी कि शवि सिंह वालों प्यार भरी सत श्री अकाल, नमस्कार, आदाब। ब्राइटवेज प्रोग्राम दे विच तुहाडे सारिਆਂ ਦਾ बहुत-बहुत स्वागत है जी। मॉर्निंग शो ब्राइटवेज यानी कि वज चुके ने सवेर दे 8 मॉर्निंग डिस्कशन दे विच तुहाडे सारिਆਂ ਦਾ बहुत-बहुत स्वागत। मैं बैठा जी कैलगरी दे स्टूडियो दे विच और अज असी वेलकम कर रहे हाँ मेरे साथी होस्ट सीनियर पत्रकार सुरीतम सिंह राय साहब दा कैलोना दे स्टूडियो तो नहीं ना कैलगरी दे स्टूडियो दे विच ने ਇਹ ਵਿੱਚ ਵਿਚਾਲੇ ਕੈਮਲੂਪਸ ਦੇ ਕਿਸੇ ਬਹੁਤ ਹੀ ਖੂਬਸੂਰਤ ਜਗ੍ਹਾ ਤੇ ਸਵੇਰੇ ਸਵੇਰੇ ਪਹੁੰਚੇ ਹੋਏ ਨੇ। ਰਾਏ ਸਾਹਿਬ ਬਹੁਤ ਬਹੁਤ ਧੰਨਵਾਦ ਔਰ ਵੈਲਕਮ ਹੈ ਜੀ। ਧੰਨਵਾਦ ਸ਼ਵੀ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਸਾਡੇ ਸੁਣਨ ਵਾਲਿਆਂ ਤੇ ਦੇਖਣ ਵਾਲਿਆਂ ਨੂੰ। ਵਾਹ ਜੀ ਵਾਹ ਭਾਜੀ। ਇਹ ਸੁਬਾਹ 8 ਵੱਜ ਚੁੱਕੇ ਆ, ਸ਼ੁੱਕਰਵਾਰ ਦੀ ਸਵੇਰ ਆ ਸ਼ਵੀ ਜੀ। ਮੈਂ ਕਾਫੀ ਕੂਫੀ ਪੀ ਹਟਿਆ, ਆਪਦੇ ਆਪ ਹੀ। ਤੁਸੀਂ ਤਾਂ ਕੋਈ ਪ੍ਰਬੰਧ ਨਹੀਂ ਕਰਿਆ। ਹੁਣ ਤੁਸੀਂ ਲੈ ਕੇ ਆਣੀ ਕਾਫੀ ਮੇਰੇ ਲਈ। ਹਾਂ ਬਿਲਕੁਲ। ਤੇ ਮੈਂ ਨਾ ਕੈਮਲੂਪਸ ਦੇ ਵਿੱਚ ਬਿਲਕੁਲ ਡਾਊਨਟਾਊਨ ਦੇ ਨਾਲ ਰਿਵਰ ਸਾਈਡ ਪਾਰਕ ਹੈ। ਅੱਛਾ, ਉੱਥੇ ਇਸ ਵੇਲੇ ਖੜਾ ਹਾਂ ਤੇ ਤੁਹਾਡੇ ਨਾਲ ਗੱਲਬਾਤ ਕਰ ਰਿਹਾ। ਮੈਂ ਦੇਖ ਰਿਹਾ ਜੀ ਚਿੱਟੀ ਸ਼ਰਟ ਦੇ ਵਿੱਚ ਐਨ ਵਧੀਆ ਲੱਗ ਰਹੇ ਹੋ, ਸਵੇਰੇ ਸਵੇਰੇ ਉੱਥੇ ਪਹੁੰਚੇ ਹੋਏ ਹੋ ਤੇ ਪਿੱਛੇ ਜਿਹੜਾ ਨਜ਼ਾਰਾ ਹੈ ਉਹ ਬੜਾ ਖੂਬਸੂਰਤ ਹੈ। ਇਹਨੂੰ ਕਹਿੰਦੇ ਨੇ ਬ੍ਰਿਟਿਸ਼ ਕੋਲੰਬੀਆ, ਜਿਹੜਾ ਬਿਊਟੀਫੁਲ ਅਸੀਂ ਕਹਿੰਦੇ ਹਾਂ। ਬਿਊਟੀਫੁਲ ਬ੍ਰਿਟਿਸ਼ ਕੋਲੰਬੀਆ, ਬਿਲਕੁਲ ਜੀ ਬਿਲਕੁਲ। ਤੇ ਮਾਹੌਲ ਬਹੁਤ ਵਧੀਆ ਹੈ, ਥੋੜੀ ਥੋੜੀ ਬੱਦਲ ਵਾਲੀ ਹੈ, ਸਵੇਰ ਦਾ ਟਾਈਮ ਹੈ, ਠੰਡੀ ਠੰਡੀ ਹਵਾ ਚੱਲ ਰਹੀ ਹੈ। ਕਿਆ ਵਧੀਆ ਮੌਸਮ ਹੈ। ਕਿਆ ਬਾਤ ਹੈ, ਕਿਆ ਬਾਤ ਹੈ। ਲੱਗਦਾ ਅੱਜ ਜਿਹੜੀ ਸੁਰੀਤਮ ਦੀ ਸ਼ਾਇਰੀ ਉਹ ਬੜੀ ਰੋਮਾਂਟਿਕ ਹੋਣ ਵਾਲੀ ਹੈ ਸਵੇਰੇ ਸਵੇਰੇ। ਪਰ ਉੱਥੇ ਅਸੀਂ ਪਹੁੰਚਾਂਗੇ, ਪਰ ਡਾਇਰੀ ਦੀ ਗੱਲ ਹੁਣ ਵੀ ਕਰ ਲੈਂਦੇ ਹਾਂ ਭਾਜੀ। ਇੱਦਾਂ ਦੇ ਮੌਸਮ, ਇੱਦਾਂ ਦੇ ਮਾਹੌਲ, ਇੱਦਾਂ ਦੀ ਜਗ੍ਹਾ, ਇੱਦਾਂ ਦੀ ਸਾਫ਼ ਹਵਾ ਦੇ ਵਿੱਚ ਅੱਜ ਦਾ ਯਾਨੀ ਕਿ ਸ਼ੁੱਕਰਵਾਰ ਦਾ ਥਾਟ ਆਫ ਦਾ ਡੇ ਕੀ ਹੈ? ਅੱਜ ਦਾ ਜਿਹੜਾ ਥਾਟ ਹੈ ਜੀ, ਉਹ ਮੇਰੇ ਕੋਲ ਟਾਈਮ ਨਹੀਂ ਲੱਗਿਆ ਕੁਛ ਨਵਾਂ ਸੋਚਣ ਦਾ, ਪਰ ਜਿਹੜਾ ਪੁਰਾਣਾ ਹੀ ਆਪਾਂ ਅੱਗੇ ਸ਼ੇਅਰ ਕਰਿਆ ਹੋਇਆ ਉਹੀ ਕਰਾਂਗੇ ਅੱਜ। ਅੱਛਾ ਜੀ। ਹਾਂ, ਤੇ ਮੇਰੀ ਨਾ ਅੱਜ ਮੈਂ ਟਰਾਈ ਕਰੂੰਗਾ ਵੀ ਆਪਦੀ ਸ਼ਕਲ ਵੀ ਘੱਟ ਦਿਖਾਵਾਂ, ਜ਼ਿਆਦਾ ਆਪਾਂ ਪਾਰਕ ਦਾ ਤੇ ਜਿਹੜੀ ਲੇਕ ਹੈ ਇੱਥੇ ਉਹ ਜ਼ਿਆਦਾ ਦਿਖਾਵਾਂਗੇ ਅੱਜ ਆਪਣੀ ਇਸ ਪ੍ਰੋਗਰਾਮ ਦੇ ਵਿੱਚ ਜੀ। ਸੋ ਸ਼ੁਰੂਆਤ ਕਰਦੇ ਹਾਂ ਜੀ ਇੱਥੋਂ। ਹਾਂਜੀ, ਲਾਲ ਡਾਇਰੀ ਕਹਿੰਦੀ ਹੈ ਸ਼ਵੀ ਜੀ, ਅੱਗੇ ਵਧਣਾ ਚਾਹੁੰਦੇ ਹੋ ਬਹਿਰੇ ਬਣ ਜਾਓ। ਅੱਗੇ ਜੇ ਤੁਸੀਂ ਬਣਨਾ ਚਾਹੁੰਦੇ ਹੋ, ਵਧਣਾ ਚਾਹੁੰਦੇ ਹੋ ਤਾਂ ਬਹਿਰੇ ਬਣ ਜਾਓ, ਜਿਹੜਾ ਕਿ ਲੋਕਾਂ ਦੀਆਂ ਗੱਲਾਂ ਬਾਤਾਂ ਸੁਣਨੀਆਂ ਬੰਦ ਕਰ ਦਿਓ। ਕੁਝ ਲੋਕਾਂ ਨੂੰ ਛੱਡ ਕੇ ਬਾਕੀ ਸਾਰੇ ਹੌਸਲਾ ਤੋੜਨ ਵਾਲੇ ਹੀ ਹੁੰਦੇ ਆ। ਕਿਆ ਬਾਤ ਹੈ। ਥੋੜੇ ਜਿਹੇ ਹੁੰਦੇ ਆ ਜਿਹੜੇ ਤੁਹਾਨੂੰ ਹੌਸਲਾ ਦਿੰਦੇ ਆ ਜਾਂ ਤੁਹਾਨੂੰ ਹਲਾਸ਼ੇਰੀ ਦਿੰਦੇ ਆ, ਗਾਂ ਵਧੋ ਤੇ ਕੰਮ ਕਰੋ। नहीं बिल्कुल सही गल है भाजी। और वाकई ही थॉट जिहड़ा है तुसी ये दोबारा बहुत समय तो बाद यूज जरूर किया है, पर ये फिर भी नवा है और रेलेवेंट है जी, और हमेशा ही रेलेवेंट रहेगा। क्योंकि जदों तुसी कामयाबी वाल वधदे हो या फिर तुसी कोई काम शुरू करते हो या फिर तुसी कोई चीज़ शुरू करते हो, नौकरी भी शुरू करते हो, अपना एक नवी शुरुआत दे विच जांदे हो, या तुसी कहने हो कि पता नहीं मेरे नाल किन्ने क बंदे खड़े ने ते जरूर खड़नगे जी, ये तो मेरे साथ जरूर देणगे। पर परख जिहड़ी है उदों ही पता लगदा है कि जदों बिल्कुल लो समा आंदा है ते किन्ने क लोग तुहाडे नाल खड़े ने और किन्ने क लोग तुहाडे नाल तुहाडा साथ देण लई खड़े ने। बिल्कुल सही गल है भाजी। बिल्कुल जी बिल्कुल। सो भाजी ब्रिटिश कोलंबिया ब्यूटीफुल असी जरूर कहने और सिर्फ तुहानू या मैनू या ਜਿਹੜੇ ਸਾਡੇ ਪ੍ਰੋਗਰਾਮ ਦੇਖ ਰਹੇ ਨੇ, ਜਿਹੜੇ ਕੈਨੇਡਾ ਵਾਸੀ ਨੇ, ਇਹਨਾਂ ਨੂੰ ਹੀ ਨਹੀਂ ਲੱਗਦਾ ਜੀ ਜਿਹੜਾ BC ਹੈ ਬਿਊਟੀਫੁਲ। ਇਹ ਸਾਡੇ ਪ੍ਰਧਾਨ ਮੰਤਰੀ ਨੂੰ ਵੀ ਬਹੁਤ ਲੱਗਦਾ।
ਉਹਦੇ ਨਾਲ ਹੀ ਸਾਡੀ ਜਿਹੜੀ ਪਹਿਲੀ ਖਬਰ ਹੈ ਉਹ ਜੁੜੀ ਹੈ। ਦੇਖੋ ਜਿਹੜਾ BC ਹੈ ਨਾ, BC ਹੈ ਹੀ ਵਧੀਆ ਜੀ ਉਹ ਜਿਹੜਾ ਵੀ ਕੋਈ ਇਨਸਾਨ ਹੈਗਾ, ਚਾਹੇ ਉਹ ਪ੍ਰਧਾਨ ਮੰਤਰੀ ਆ ਚਾਹੇ ਨਹੀਂ, ਚਾਹੇ ਕੋਈ ਸਾਡੇ ਵਰਗਾ ਸਧਾਰਨ ਵਿਅਕਤੀ ਆ, ਉਹਨੂੰ ਜਿਹੜੀ ਚੀਜ਼ ਚੰਗੀ ਆ ਜਾਂ ਸੋਹਣੀ ਆ ਉਹ ਸੋਹਣੀ ਤਾਂ ਲੱਗਣੀ ਹੈ। ਬਿਲਕੁਲ। ਸੋ ਇਸ ਸੋਹਣੇ ਕਹਿ ਲਓ ਸੂਬੇ ਦੇ ਵਿੱਚ ਸੁਣਿਆ ਹੈ ਕਿ ਟਰੂਡੋ ਸਾਹਿਬ ਔਰ ਉਹਨਾਂ ਦੀ ਜਿਹੜੀ ਫੈਮਿਲੀ ਹੈ ਉਹ ਐਜ਼ ਅ ਫੈਮਿਲੀ ਕਹਿ ਲਓ, ਕਿਉਂਕਿ ਸੈਪਰੇਸ਼ਨ ਜਿਹੜੀ ਹੈ ਉਹ ਲਾਸਟ ਵੀਕ ਉਹਨਾਂ ਨੇ ਅਨਾਉਂਸ ਕੀਤੀ ਸੀ, ਐਜ਼ ਅ ਫੈਮਿਲੀ ਉਹ ਵੈਕੇਸ਼ਨ ਕਰ ਰਹੇ ਨੇ ਜੀ। ਔਰ ਇਸ ਤੋਂ ਬਾਅਦ ਹੋ ਸਕਦਾ ਕਿ ਐਜ਼ ਅ ਪ੍ਰੋਪਰ ਫੈਮਿਲੀ ਨਾ ਹੋਵੇ ਸੈਪਰੇਸ਼ਨ ਤੋਂ ਬਾਅਦ, ਆਫ ਕੋਰਸ ਉਹ ਸੈਪਰੇਟ ਹੋਣ ਤੋਂ ਬਾਅਦ ਐਦਾਂ ਦੀ ਵੈਕੇਸ਼ਨ ਨਹੀਂ ਕਰ ਸਕਣਗੇ। ਔਰ ਉਹ ਪਹੁੰਚੇ ਨੇ ਜੀ ਕਿਸੇ ਅਨਨੋਨ ਜਗ੍ਹਾ ਤੇ, ਪਰ ਬ੍ਰਿਟਿਸ਼ ਕੋਲੰਬੀਆ ਜ਼ਰੂਰ ਹੈ, ਇੰਨਾ ਕੁ ਪਤਾ ਚੱਲਿਆ ਭਾਜੀ। ਹਾਂ ਬਿਲਕੁਲ ਜੀ, ਉਹਨਾਂ ਦਾ ਵੀ ਕਹਿਣ ਦਾ ਇਹੀ ਹੈ ਵੀ ਅਸੀਂ BC 'ਚ ਜਾ ਰਹੇ ਹਾਂ, ਪਰ ਦੱਸਣਾ ਨਹੀਂ ਵੀ ਕਿੱਥੇ ਜਾ ਰਹੇ ਹਾਂ। ਹਾਂਜੀ ਦੇਖੋ ਜਦੋਂ ਤੁਸੀਂ ਇਹੋ ਜੀ ਪੋਜੀਸ਼ਨ 'ਚ ਹੁੰਦੇ ਆ ਨਾ, ਉਦਣ ਉਸ ਟਾਈਮ ਤੇ ਤੁਹਾਨੂੰ ਥੋੜੀ ਬਹੁਤੀ ਪ੍ਰਾਈਵੇਸੀ ਵੀ ਰੱਖਣੀ ਪੈਂਦੀ ਹੈ, ਚਾਹੀਦੀ ਵੀ ਆ। ਤੇ ਦੂਜੀ ਗੱਲ ਇਹ ਹੈ, ਦੇਖੋ ਪਿਛਲੇ ਹਲੇ ਮੇਰਾ ਖਿਆਲ ਹਫਤਾ ਕੀ ਹੋਇਆ ਉਹਨਾਂ ਨੂੰ ਸੈਪਰੇਸ਼ਨ ਆਫ ਦੀ ਡਿਕਲੇਅਰ ਕਰਨ ਦਾ, ਉਹਨਾਂ ਨੂੰ ਤੇ ਉਹਨਾਂ ਦੀ ਵਾਈਫ ਨੂੰ। ਤੇ ਉਦੋਂ ਬਾਅਦ ਦੇਖੋ ਜੇ ਆਪਾਂ ਗੱਲ ਕਰਦੇ ਹਾਂ, ਜੇ ਇੱਕ ਬਹੁਤ ਵਧੀਆ ਜਿਹੜਾ ਉਹਨਾਂ ਦਾ ਬੱਚਿਆਂ ਵਾਸਤੇ ਇਹ ਉਪਰਾਲਾ ਹੈ ਵੀ ਅਸੀਂ ਅੱਡ ਹੋ ਜਾਈਏ, ਉਹਦਾ ਕੋਈ ਫਰਕ ਨਹੀਂਗਾ ਆਪੋ ਵਿੱਚ ਹੀ, ਪਰ ਜਿਹੜੇ ਬੱਚੇ ਆ ਨਾ ਉਹਨਾਂ ਨੂੰ ਅਸੀਂ ਸਫਰ ਨਹੀਂ ਹੋਣ ਦੇਣਾ, ਉਹਨਾਂ ਵਾਸਤੇ ਅਸੀਂ ਜੋ ਵੀ ਆ ਉਹ ਐਜ਼ ਏ ਫੈਮਿਲੀ ਰਵਾਂਗੇ, ਕਿਤੇ ਹੌਲੀਡੇ ਕਰਨ ਜਾਵਾਂਗੇ ਪਰ ਇਕੱਠੇ ਜਾਵਾਂਗੇ। ਜੀ ਅੱਛਾ, ਵਧੀਆ ਗੱਲ ਹੈ ਜੀ। ਔਰ ਇਸ ਵਾਰ PMO ਦੇ ਜਿਹੜੇ ਆਫਿਸ ਨੇ ਉਹਨਾਂ ਨੇ ਬਿਲਕੁਲ ਸਪੈਸੀਫਾਈ ਕੀਤਾ ਹੈ ਕਿ ਉਹ ਆਪਣੇ ਖਰਚੇ ਤੇ ਗਏ ਨੇ ਜੀ, ਕਿਉਂਕਿ 2016 ਦੇ ਵਿੱਚ ਤੁਹਾਨੂੰ ਯਾਦ ਹੋਣਾ ਹੈ ਕਿ ਕੌਨਫਲਿਕਟ ਆਫ ਇੰਟਰਸਟ ਜਿਹੜਾ ਟਰੂਡੋ ਸਾਹਿਬ ਦੇ ਉੱਪਰ ਵਾਇਓਲੇਸ਼ਨ ਦਾ ਆਇਆ ਸੀ, ਜਦੋਂ ਉਹਨਾਂ ਨੇ ਵੇਕੇਸ਼ਨ ਲਈ ਸੀਗੀ ਆਗਾ ਖਾਨ ਸਾਹਿਬ ਦੀ ਪ੍ਰਾਈਵੇਟ ਆਈਲੈਂਡ ਤੇ ਬਹਾਮਾਸ ਦੇ ਵਿੱਚ। ਔਰ ਉਸ ਤੋਂ ਬਾਅਦ ਉਹਨਾਂ ਨੇ ਬਿਲਕੁਲ ਹੁਣ ਪਰਸਨਲ ਟਰੈਵਲ ਨੂੰ ਡਿਕਲੇਅਰ ਕੀਤਾ ਹੈ ਕਿ ਉਹ ਉਹਨਾਂ ਦੇ ਆਪਣੇ ਖਰਚੇ ਤੇ ਉਹ ਜਾ ਰਹੇ ਨੇ। ਹਾਂਜੀ, ਕਿਉਂਕਿ ਉਹ ਪ੍ਰਾਈਮ ਮਿਨਿਸਟਰ ਨੇ, ਉਹ ਰਾਇਲ ਕੈਨੇਡੀਅਨ 에ਅਰ ਫੋਰਸ ਦਾ ਪਲੇਨ ਸਿਕਿਉਰਿਟੀ ਰੀਜ਼ਨ ਕਰਕੇ ਆਫ ਕੋਰਸ ਯੂਜ਼ ਕਰਨਗੇ, ਇਹ ਤਾਂ ਆਬਵੀਅਸ ਜੀ ਗੱਲ ਹੈ। ਪਰ ਜਿਹੜਾ ਬਾਕੀ ਜਿਹੜਾ ਰਹਿਣ ਦਾ ਖਾਣ ਪੀਣ ਦਾ ਜਿਹੜਾ ਖਰਚਾ ਹੈ ਉਹ ਆਪ ਹੀ ਉਹ ਆਪਣੇ ਪਾਕਟ ਚੋਂ ਕਰਨਗੇ। ਬਹੁਤ ਚੰਗੀ ਗੱਲ ਹੈ ਭਾਜੀ। ਮੈਨੂੰ ਲੱਗਦਾ ਹੈ ਕਿ ਇੱਦਾਂ ਪ੍ਰਧਾਨ ਮੰਤਰੀ ਇੱਦਾਂ ਦੇ ਹੀ ਹੋਣੇ ਚਾਹੀਦੇ ਨੇ, ਜੋ ਕਿ ਕਹਿ ਲਓ ਕਿ ਆਪਣੀ ਜਿਹੜੀ ਕਮਾਈ ਤੋਂ ਆਪਣੀ ਜਿਹੜੀ ਪਰਸਨਲ ਵੈਕੇਸ਼ਨ ਲੈਂਦੇ ਨੇ। ਇਹ ਬੜਾ ਘੱਟ ਦੇਖਣ ਨੂੰ ਮਿਲਦਾ ਵੈਸੇ। ਬਹੁਤ ਵਧੀਆ ਹੈ ਜੀ, ਬਹੁਤ ਵਧੀਆ। ਇਹ ਇਸ ਤਰ੍ਹਾਂ ਦੇਖੋ ਟੈਕਸ ਪੇਅਰਸ ਦੇ ਪੈਸੇ ਖਰਚਣੇ ਵੀ ਚੰਗੇ ਨਹੀਂ ਚਾਹੀਦੇ। ਜਿਹੜੀ ਪਰਸਨਲ ਲਾਈਫ ਹੈ ਉਹ ਆਪਦੀ ਪਰਸਨਲ ਲਾਈਫ ਹੈ, ਰਾਈਟ, ਉਹਦੇ 'ਚ ਜਿਹੜੇ ਗੌਰਮੈਂਟ ਤੋਂ ਛੁੱਟੀਆਂ ਲੈ ਰਹੇ ਆ ਤੇ ਆਪਦਾ ਖਰਚਾ ਕਰ ਰਹੇ ਆ, ਉਹ ਬਹੁਤ ਵਧੀਆ ਜੀ। ਉਹਨਾਂ ਨੇ ਆਟਵਾ ਨੂੰ ਆ ਜਾਣਾ ਜੀ ਵਾਪਸ ਆਉਂਦੀ 18 ਤਰੀਕ ਨੂੰ, 18 ਅਗਸਤ ਨੂੰ, ਔਰ ਨਾਲ ਹੀ ਫਿਰ ਆਫਿਸ ਸੰਭਾਲ ਲੈਣਾ। ਔਰ ਪ੍ਰਾਈਮ ਮਿਨਿਸਟਰ ਆਫਿਸ ਨੇ ਕਿਹਾ ਹੈ ਜੀ, ਉਹਨਾਂ ਨੇ ਕੰਸਲਟ ਕੀਤਾ ਹੈ ਐਥਿਕਸ ਕਮਿਸ਼ਨਰ ਤੋਂ ਜਿਹੜੇ ਟ੍ਰਿਪ ਦੇ ਬਾਰੇ। ਔਰ ਅਗੇਨ ਉਹਨਾਂ ਨੇ ਆਪ ਹੀ ਆਪਣੇ ਜਿਹੜਾ ਖਰਚਾ ਚੱਕਿਆ। ਔਰ ਤੁਸੀਂ ਦੇਖੋ ਪ੍ਰਾਈਮ ਮਿਨਿਸਟਰ ਨੂੰ ਵੀ ਇੱਕ ਤਰ੍ਹਾਂ ਤੋਂ ਇਨਫੋਰਮ ਕਰਕੇ ਜਾਂ ਪਰਮਿਸ਼ਨ ਲੈ ਕੇ ਜਾਣਾ ਪੈਂਦਾ ਹੈ ਐਥਿਕਸ ਕਮਿਸ਼ਨਰ ਦੀ, ਜੋ ਮੈਂ ਕਹਿੰਦਾ ਇੱਦਾਂ ਦਾ ਸ਼ਾਇਦ ਹਜੇ ਜਿਹੜੀ ਹੋਰ ਕੰਟਰੀਆਂ, ਥਰਡ ਵਰਲਡ ਕੰਟਰੀਜ਼ ਨੇ, ਉੱਥੇ ਹਜੇ ਪੋਸੀਬਲ ਨਹੀਂ ਹੋਇਆ ਵੈਸੇ। ਹਾਂ ਨਹੀਂ ਜੀ, ਬਹੁਤ ਵਧੀਆ ਹੈ। ਇਹਦੇ ਨਾਲ ਦੇਖੋ ਜਿਹੜੀਆਂ ਥਰਡ ਵਰਲਡ ਕੰਟਰੀਜ਼ ਹੈਗੀਆਂ ਉਹਨਾਂ ਨੂੰ ਕੁਛ ਨਾ ਕੁਛ ਜਿਹੜੀ ਆ ਐਜੂਕੇਸ਼ਨ ਸਿੱਖਣਗੇ ਕੁਛ ਇਹਦੇ ਤੋਂ। ਸੋ ਇਕੱਲੇ ਪ੍ਰਧਾਨ ਮੰਤਰੀ ਹੀ ਨਹੀਂ, ਇਸ ਟਾਈਮ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਾਡੇ ਰਾਏ ਸਾਹਿਬ ਵੀ ਨੇ, ਤੇ ਉਹ ਕਿਹੜਾ ਪ੍ਰਧਾਨ ਮੰਤਰੀ ਤੋਂ ਘੱਟ ਨੇ ਮੈਂ ਕਹਾਂ। ਮੈਂ ਤਾਂ ਵੱਖਰੇ ਥਾਵਾਂ ਤੇ ਤੁਰਿਆ ਫਿਰਦਾ ਰਹਿਣਾ ਜੀ, ਚਲੋ। ਪਰ ਮੈਨੂੰ ਨਾ ਫਰਕ ਇੰਨਾ ਹੀ ਆ ਸ਼ਵੀ ਜੀ, ਵੀ ਮੈਨੂੰ ਖਰਚਾ ਆਪ ਹੀ ਕਰਨਾ ਪੈਂਦਾ। ਉਹਨਾਂ ਨੇ ਵੀ ਆਪ ਹੀ ਕੀਤਾ ਜੀ। ਹਾਂ ਨਹੀਂ ਵਧੀਆ ਭਾਜੀ। ਇਹ ਮੈਨੂੰ ਲੱਗਦਾ ਇਹੀ ਖੂਬਸੂਰਤੀ ਹੈ ਇੱਥੇ ਇਸ ਦੇਸ਼ ਦੀ, ਕੈਨੇਡਾ ਦੀ, ਜਿੱਥੇ ਤੁਸੀਂ ਉੱਥੇ ਵੀ ਮੌਜੂਦ ਹੋ ਸਕਦੇ ਹੋ ਜਿੱਥੇ ਪ੍ਰਧਾਨ ਮੰਤਰੀ ਸ਼ਾਇਦ ਰਹਿ ਰਹੇ ਹੋਣ, ਤੇ ਸਿਕਿਉਰਿਟੀ ਰੀਜ਼ਨਸ ਕਰਕੇ ਤਾਂ ਜ਼ਰੂਰ ਕੁਛ ਨਾ ਕੁਛ ਪ੍ਰਬੰਧ ਕੀਤਾ ਜਾਂਦਾ ਹੈ। ਪਰ ਫਿਰ ਵੀ ਇੱਥੇ ਇੰਨਾ ਔਖਾ ਨਹੀਂ ਹੈ ਜਿੰਨਾ ਕੁ ਅਸੀਂ ਔਖਾ ਉੱਥੇ ਬਣਾ ਲੈਂਦੇ ਹਾਂ। ਅਗੇਨ ਜੇ ਅਸੀਂ ਭਾਰਤ ਦੀ ਵੀ ਗੱਲ ਕਰੀਏ ਤੇ ਜੇ ਅਸੀਂ ਕੰਪੇਅਰ ਕਰਨ ਲੱਗ ਜਾਈਏ ਉਹਨਾਂ ਦੇ ਟ੍ਰਿਪਸ
ਔਰ ਇਹਨਾਂ ਦੇ ਸਾਡੇ ਜਿਹੜੇ ਪ੍ਰਧਾਨ ਮੰਤਰੀ ਨੇ ਟਰੂਡੋ ਸਾਹਿਬ ਦੇ ਟ੍ਰਿਪ ਤੇ ਮੈਨੂੰ ਲੱਗਦਾ ਹੈ ਇਹਦੀ ਮੈਨੇਜਮੈਂਟ ਦੇ ਵਿੱਚ ਹੀ ਜ਼ਮੀਨ ਆਸਮਾਨ ਦਾ ਜਾਂ ਪਲੈਨਿੰਗ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੋਏਗਾ ਭਾਜੀ। ਹਾਂ ਬਿਲਕੁਲ ਜੀ, ਬਹੁਤ ਬਹੁਤ ਫਰਕ ਹੋਊਗਾ। ਦੇਖੋ ਜਦੋਂ ਤੁਸੀਂ ਪਰਸਨਲ ਛੁੱਟੀਆਂ ਤੇ ਜਾਂਦੇ ਆ, ਆਪਦੀ ਪਰਸਨਲ ਜਿਹੜੀ ਫੈਮਿਲੀ ਦੇ ਨਾਲ ਜਾਂਦੇ ਆ, ਉੱਥੇ ਜਿਹੜੇ ਟੈਕਸ ਪੇਅਰਸ ਆ ਉਹਨਾਂ ਤੇ ਬੋਝ ਕਾਹਤੋਂ ਦਓ ਤੁਸੀਂ। ਜਿਹੜਾ ਖਰਚਾ ਕਰਨਾ ਉਹ ਆਪਦੇ ਬਥੇਰੀ ਤਨਖਾਹ ਮਿਲਦੀ ਹੈ ਇਹਨਾਂ ਨੂੰ, ਇਹ ਉਹ ਖਰਚਦੇ ਤਾਂ ਹੈ ਨਹੀਂ ਗੇ। ਉਹ ਤਾਂ ਸਾਰੀ ਜਦੋਂ ਤੁਸੀਂ ਆਫਿਸ 'ਚ ਆ ਉਹ ਸਾਰੀ ਬੈਂਕ 'ਚ ਹੀ ਜਾਂਦੀ ਆ। ਘਰ ਰਹਿਣ ਨੂੰ ਵੀ ਗਵਰਨਮੈਂਟ ਦਾ, ਖਾਣਾ ਪੀਣਾ ਵੀ ਗਵਰਨਮੈਂਟ ਦਾ, ਜੇ ਕਿਤੇ ਜਾਣਾ ਉਹ ਵੀ ਗਵਰਨਮੈਂਟ ਦਾ। ਸੋ ਪੈਸੇ ਤੁਸੀਂ ਕਿੱਥੇ ਖਰਚਣੇ ਆ? ਉਹ ਜਦੋਂ ਇਸ ਤਰ੍ਹਾਂ ਵੈਕੇਸ਼ਨ ਕਰਨੀ ਆ ਉਦੋਂ ਹੀ ਖਰਚ ਸਕਦੇ ਆ ਨਾ। ਜੀ ਜੀ ਜੀ। ਔਰ ਬਹੁਤ ਸਾਰੀਆਂ ਜਿਹੜੀਆਂ ਫੋਟੋਆਂ ਟਰੂਡੋ ਸਾਹਿਬ ਦੀਆਂ ਰੀਸੈਂਟਲੀ ਵਾਇਰਲ ਹੋ ਰਹੀਆਂ ਨੇ, ਜਿੱਥੇ ਉਹ ਕੱਲਿਆਂ ਦੀ ਫੋਟੋਆਂ ਬਹੁਤ ਅੱਜ ਕੱਲ੍ਹ ਵਾਇਰਲ ਕਰ ਰਹੇ ਨੇ ਜੀ। ਇਕੱਲੇ ਤੁਰ ਰਹੇ ਨੇ ਕਿਤੇ ਜਾਂ ਇਕੱਲੇ 버ਗਰ ਵਗੈਰਾ ਖਾ ਰਹੇ ਨੇ। ਤੇ ਸਪੈਸ਼ਲੀ ਅੱਜ ਕੱਲ੍ਹ ਪੰਜਾਬੀ ਦੇ ਵਿੱਚ ਕਾਫੀ ਮੇਮਸ ਬਣਾਏ ਜਾ ਰਹੇ ਨੇ ਕਿ ਹੁਣ ਜੀ ਇਹ ਸਿੰਗਲ ਹੋ ਗਏ ਨੇ ਤੇ ਅਵੇਲੇਬਲ ਨੇ। ਤੇ ਚਲੋ ਹਾਸਾ ਮਜ਼ਾਕ ਇੱਕ ਤਰਫ, ਪਰ ਆ ਜਿਹੜਾ ਇਹਨਾਂ ਨੇ ਸਟੈਪ ਚੱਕਿਆ ਵੈਕੇਸ਼ਨ ਕਰਨ ਦਾ, ਤੇ ਮੈਨੂੰ ਲੱਗਦਾ ਇਹ ਬਹੁਤ ਚੰਗਾ ਹੈ ਜੀ, ਕਿਉਂਕਿ ਬੱਚਿਆਂ ਦੇ ਉੱਪਰ ਜਿਹੜਾ ਅਸਰ ਨਹੀਂ ਪੈਣਾ ਚਾਹੀਦਾ ਔਰ ਬੱਚਿਆਂ ਨੂੰ ਬਿਲਕੁਲ ਵਧੀਆ ਤਰੀਕੇ ਨਾਲ ਅੱਗੇ ਵੀ ਉਹਨਾਂ ਨਾਲ ਰਿਸ਼ਤਾ ਰੱਖਣਗੇ ਔਰ ਐਜ਼ ਅ ਮਮ ਡੈਡ ਯਾਨੀ ਕਿ ਐਜ਼ ਅ ਪੇਰੈਂਟਸ ਉਹਨਾਂ ਨਾਲ ਰੱਖਣਗੇ। ਬਹੁਤ ਚੰਗੀ ਗੱਲ ਹੈ ਜੀ। ਪੰਜਾਬੀ ਬੁਲੇਟਿਨ ਦੀ ਮੈਟਰੀਮੋਨੀਅਲ ਵਾਲੀ ਜਿਹੜੀ ਸਾਈਟ ਆ ਜੀ, ਉਹਦੇ 'ਚ ਜਗ੍ਹਾ ਹੈਗੀ ਆ, ਜੇ ਕਿਸੇ ਨਾ ਕਿਸੇ ਢੰਗ ਨਾਲ ਉਹਨਾਂ ਕੋਲੇ ਮੈਸੇਜ ਪਹੁੰਚ ਜਾਂਦਾ ਤਾਂ ਉੱਥੇ ਉਹ ਰਜਿਸਟਰ ਕਰ ਸਕਦੇ ਆ। ਪਾ ਦਿਓ, ਮੈਂ ਤਾਂ ਕਹਿੰਦਾ ਭਾਜੀ ਮੋਸਟ ਐਲੀਜੀਬਲ ਬੈਚਲਰ ਜੀ। ਸੋ ਜੋਕਸ ਅਪਾਰਟ ਭਾਜੀ, ਤੇ ਮੈਨੂੰ ਲੱਗਦਾ ਕਿ ਵਧੀਆ ਜਿਵੇਂ ਕਿਹਾ ਕਿ ਖਬਰ ਆ, ਤੇ ਹੁਣ ਜਦੋਂ 18 ਤਰੀਕ ਨੂੰ ਆ ਜਾਣਗੇ ਤੇ ਫਿਰ ਆਪਣਾ ਆਫਿਸ ਸੰਭਾਲਣਗੇ, ਫਿਰ ਕੋਈ ਨਾ ਕੋਈ ਜਿਹੜੀ ਅਪਡੇਟ ਆ ਉਹ ਚੱਲਦੀ ਰਹੇਗੀ। ਸੋ ਭਾਜੀ ਅਗਲੀ ਜਿਹੜੀ ਖਬਰ ਹੈ ਉਹ ਫੈਡਰਲ ਸਰਕਾਰ ਦੀ ਹੋਈ ਹੈ। ਜਿਵੇਂ ਅਸੀਂ ਕਹਿੰਦੇ ਆ ਕਿ ਫੈਡਰਲ ਸਰਕਾਰ ਕੋਈ ਨਾ ਕੋਈ ਜਿਹੜੀ ਸਟੇਟਮੈਂਟ ਜਾਂ ਅਨਾਊਂਸਮੈਂਟ ਜਾਂ ਕੋਈ ਜਿਹੜੇ ਨਵੇਂ ਰੈਗੂਲੇਸ਼ਨਸ ਨੇ ਉਹ ਰਿਲੀਜ਼ ਕਰ ਰਹੇ ਨੇ। ਔਰ ਹੁਣ ਕਲੀਨ ਇਲੈਕਟ੍ਰਿਸਿਟੀ ਤੇ ਉਹਨਾਂ ਨੇ ਇੱਕ ਨਵਾਂ ਡਰਾਫਟ ਕੀਤਾ ਹੈ ਜੀ ਰੈਗੂਲੇਸ਼ਨਸ। ਹਾਂ ਬਿਲਕੁਲ ਜੀ, ਇਹ ਜਿਹੜੀ ਇਲੈਕਟ੍ਰਿਕ ਦਾ ਨਾ ਜਿਹੜਾ ਇਹ ਚੱਲ ਰਿਹਾ ਕਈ ਦਿਨਾਂ ਦਾ 2023 ਤੱਕ, ਜਿਹੜਾ ਅਲਬਰਟਾ ਗਵਰਨਮੈਂਟ ਕਹਿੰਦੀ ਆ ਵੀ ਨਹੀਂ ਹੋਣਾ, ਇਸੇ ਵਿਸ਼ੇ ਦੇ ਨਾਲ ਜਿਹੜੀ ਇਹ ਖਬਰ ਆ ਹੈ 2035 ਤੱਕ ਜੀ, 2035 ਤੱਕ ਜਾਂ ਜਿਹੜੀ ਫੈਡਰਲ ਸਰਕਾਰ ਹੈਗੀ ਆ ਉਹਨਾਂ ਦਾ ਕਹਿਣਾ ਵੀ ਇਹ 2035 ਤੱਕ ਨਹੀਂ ਹੋਣਾ, ਉਹ ਜ਼ਿਆਦੇ ਟਾਈਮ ਮੰਗਣਾ ਚਾਹੁੰਦੇ ਆ 2050 ਤੱਕ। ਪਰ ਨਾਲ ਦੀ ਨਾਲ ਜਿਹੜੀ ਅਲਬਰਟਾ ਦੀ ਗਵਰਨਮੈਂਟ ਹੈਗੀ ਆ ਉਹ ਇਹਨੂੰ ਕਹਿ ਰਹੀ ਆ ਵੀ ਇਹ ਡਿਸਕਰੇਜ ਕਰ ਰਹੇ ਆ ਜਿਹੜੀ ਫੈਡਰਲ ਗਵਰਨਮੈਂਟ ਆ। ਇਹਦੇ ਜਿਹੜੇ ਟਾਰਗੇਟਸ ਹੈਗੇ ਆ ਉਹ ਫੈਡਰਲ ਦੇ ਮੁਤਾਬਕ 2050 ਤੱਕ, ਤੇ ਜਿਹੜੀ ਅਲਬਰਟਾ ਗਵਰਨਮੈਂਟ ਆ ਉਹ 35 ਤੱਕ। ਸੋ ਇਹ ਕੌਨਫਲਿਕਟ ਦੋਨਾਂ ਦਾ ਰਹਿਣਾ ਹੈ, ਪਰ ਇਹਨੂੰ ਮੇਰਾ ਖਿਆਲ ਹੈ ਵੀ ਕਿਸੇ ਨਾ ਕਿਸੇ ਢੰਗ ਨਾਲ ਦੋਨਾਂ ਸਰਕਾਰਾਂ ਨੂੰ ਰਲ ਕੇ ਕਿਸੇ ਪੁਆਇੰਟ ਤੇ ਪਹੁੰਚਣਾ ਪੈਣਾ ਹੈ ਵੀ ਜਿਹੜਾ। ਹਾਂਜੀ, ਮੈਨੂੰ ਲੱਗਦਾ ਇਹਨਾਂ ਨੇ ਜੇ ਟਾਰਗੇਟ ਹੀ ਅੱਗੇ ਸੈੱਟ ਕਰਤਾ ਤੇ ਥੋੜਾ ਜਿਹਾ ਆਸਾਨ ਹੋ ਜਾਣਾ ਵੈਸੇ ਕੰਮ। ਤੇ ਜਿਹੜੇ এনवायरमेंट ਮਿਨਿਸਟਰ ਨੇ ਸਟੀਫਨ ਗਿਲਬਰਟ, ਉਹਨਾਂ ਨੇ ਰਿਲੀਜ਼ ਕੀਤਾ ਜੀ ਇੱਕ ਡਰਾਫਟ ਰੈਗੂਲੇਸ਼ਨ, ਜਿਸ ਦੇ ਵਿੱਚ ਉਹਨਾਂ ਨੇ ਡਿਜ਼ਾਈਨ ਕੀਤਾ ਹੈ ਇਸ ਰੈਗੂਲੇਸ਼ਨਸ ਨੂੰ। ਉਹਨਾਂ ਦਾ ਕਹਿਣਾ ਹੈ ਕਿ ਕੈਨੇਡਾ ਦੀ ਜਿਹੜੀ ਇਲੈਕਟ੍ਰਿਸਿਟੀ ਗ੍ਰਿਡ ਹੈ ਉਹਨੂੰ ਕਲੀਨ, ਬਿਲਕੁਲ ਸਾਫ਼ ਸੁਥਰੀ ਜਿਹੜੀ ਉਹ ਕਰਨ ਦੀ ਜਿਹੜੀ ਗੱਲਬਾਤ ਕਰ ਰਹੇ ਨੇ। ਇਸ ਦੇ ਵਿੱਚ ਇਸ ਰੈਗੂਲੇਸ਼ਨ ਦੇ ਨਾਲ ਕਾਸਟ ਆਫ ਇਲੈਕਟ੍ਰਿਸਿਟੀ ਵੱਧ ਜਾਏਗਾ ਜੀ, ਔਰ ਆਲ ਓਵਰ ਕੈਨੇਡਾ ਵੱਧ ਜਾਏਗਾ। ਔਰ ਫੈਡਰਲ ਆਫੀਸ਼ੀਅਲਸ ਨੇ ਕਿਹਾ ਹੈ ਕਿ ਇਹ ਜ਼ਰੂਰ ਵੱਧ ਜਾਏਗਾ, ਪਰ ਇਹ ਇਹਦੀਆਂ ਜਿਹੜੀਆਂ ਸੇਵਿੰਗਸ ਨੇ ਉਹ ਜ਼ਿਆਦਾਤਰ ਆਉਣਗੀਆਂ ਫੋਸਲ ਫਿਊਲਸ ਤੋਂ, ਜਿਹੜੇ ਆਪਾਂ ਅੱਡ ਹੋ ਰਹੇ ਆ, ਇੱਧਰ ਨੂੰ ਹੋ ਰਹੇ ਆ, ਉਹਦੇ ਤੋਂ ਇਹਦੀ ਕਾਸਟ ਵੀ ਲਿੱਤੀ ਜਾ ਸਕਦੀ ਹੈ। ਪਰ ਭਾਜੀ ਹਰ ਘਰ ਦੇ ਵਿੱਚ, ਹਰ ਹਾਊਸ ਹੋਲਡ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ $35 ਤੋਂ $61 ਪਰ ਈਅਰ ਹੋ ਸਕਦਾ ਹੈ ਕਿ ਜਿਹੜੇ ਇਲੈਕਟ੍ਰਿਸਿਟੀ ਬਿੱਲ ਵੱਧ ਜਾਣ। ਜਦੋਂ ਆਪਾਂ ਗੱਲ ਕਰਦੇ ਆ ਨਾ ਵਧਣ ਦੀ, ਹੁਣ $35 ਤੋਂ $61 ਆ ਜਿਹੜੇ ਸਾਲ ਦੇ, ਉਹ ਵੱਧ ਕੇ ਕਿੰਨਾ ਕੁ ਫਰਕ ਪੈਣਾ। ਜੇ ਅਸੀਂ ਗੱਲ ਅੱਗੇ ਆਪਾਂ 1-2 ਪ੍ਰੋਗਰਾਮਾਂ ਦੇ ਵਿੱਚ ਕਰੀ ਆ ਸ਼ਵੀ ਜੀ, ਜਿੱਥੇ ਨਾ ਆਪਣੀ ਅਲਬਰਟਾ ਦੀ ਜਿਹੜਾ ਬਿਜਲੀ ਦਾ ਬਿੱਲ ਆ ਆਮ ਘਰ ਦਾ ਆਪਾਂ ਗੱਲ ਕਰਦੇ ਆ, ਤੇ ਉੱਥੇ ਬਹੁਤ ਜ਼ਿਆਦਾ ਹੈ ਜੇ ਅਸੀਂ BC ਦੇ ਨਾਲ ਕੰਪੇਅਰ ਕਰਦੇ ਆ ਉਹਨੂੰ। ਹੁਣ ਦੇਖੋ ਜੇ ਵੱਧ ਜਾਂਦਾ, ਇਹ ਵੱਧ ਕੇ
35 ਤੋਂ $65 ਤਾਂ ਕੋਈ ਜਾਂ $61 ਤਾਂ ਕੋਈ ਬਹੁਤੀ ਜ਼ਿਆਦੇ ਨੀਗਾ ਵੀ ਬਹੁਤ ਜ਼ਿਆਦਾ ਕਾਸਟ ਹੋ ਜੂਗੀ ਉਹਦੀ ਸਾਲ ਦੇ ਵਿੱਚ। ਹਾਂਜੀ ਐਂਡ ਉਹ ਸਾਲ ਦੀ ਹੈ ਦੇਖੋ ਜੀ ਜੀ। ਪਰ ਜਿਹੜੇ ਆਫੀਸ਼ੀਅਲਸ ਦਾ ਕਹਿਣਾ ਹੈ ਭਾਜੀ ਕਿ ਇਹ ਜ਼ਿਆਦਾਤਰ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦਾ ਮੰਨਣਾ ਹੈ ਕਿ ਲੋਕਾਂ ਨੂੰ ਫੋਸਿਲ ਫਿਊਲਸ ਤੋਂ ਹਟਾ ਕੇ ਜੋ ਕਿ ਯੂਜ਼ ਕੀਤੇ ਜਾਂਦੇ ਨੇ ਘਰ ਹੀਟ ਕਰਨ ਨੂੰ, ਕੁਕਿੰਗ ਦੇ ਵਿੱਚ ਜਾਂ ਪਾਵਰ ਵਹੀਕਲ ਦੇ ਵਿੱਚ, ਉਹ ਤੋਂ ਹਟਾ ਕੇ ਇਲੈਕਟ੍ਰਿਸਿਟੀ ਦੇ ਵਿੱਚ ਹੀ ਲਿਆਉਣਾ। ਸੋ ਇਹ ਕਲੀਨ ਇਲੈਕਟ੍ਰਿਸਿਟੀ ਉਸ ਦੇ ਵਿੱਚ ਲਿਆਉਣਾ। ਤੇ ਇੱਕ ਤਰ੍ਹਾਂ ਤੋਂ ਮੈਨੂੰ ਲੱਗਦਾ ਹੈ ਕਿ ਚੰਗੀ ਗੱਲ ਹੀ ਹੋਈ ਭਾਜੀ, ਜੇ ਇਹ ਕੁਝ ਕਾਰਨ, ਜੇ ਇਸ এনवायरमेंट ਲਈ ਇਹਨਾਂ ਕੁਝ ਕਾਰਨ, ਤਾਂ ਇੱਕ ਤਰ੍ਹਾਂ ਤੋਂ ਚੰਗੀ ਗੱਲ ਹੀ ਹੈ। ਦੇਖੋ ਬਹੁਤ ਵਧੀਆ ਗੱਲ ਹੈ ਇਹ ਛਵੀ ਜੀ। ਜੇ ਅਸੀਂ ਗੱਲ এনवायरमेंट ਦੀ ਕਰਦੇ ਆ ਨਾ, ਹੁਣ ਮੈਂ ਦੇਖੋ ਇੱਥੇ ਪਾਰਕ 'ਚ ਖੜਾ, ਕਿੰਨੀ ਵਧੀਆ ਫਰੈਸ਼ ਏਅਰ ਹੈ, ਬਹੁਤ ਵਧੀਆ ਮੌਸਮ ਹੈ, ਤੇ ਆਸੇ-ਪਾਸੇ ਜਿਹੜੀ ਸਫਾਈ ਹੈ ਨਾ, ਉਹ ਇੰਨੀ ਸਫਾਈ ਹੈ ਇੱਥੇ, ਇੱਕ ਵੀ ਤੁਹਾਨੂੰ ਕਿਤੇ ਪੇਪਰ ਜਾਂ ਕਿਸੇ ਚੀਜ਼ ਦਾ ਕੋਈ ਉਹ ਨਹੀਂ ਦਿਸਦੀ ਜਿਹੜੀ ਕਿਤੇ ਆਸੇ-ਪਾਸੇ ਪਈ ਹੋਵੇ। ਬਹੁਤ ਵਧੀਆ ਫੁੱਲ ਬੂਟੇ ਲੱਗੇ ਆ। ਹੁਣ ਜੇ ਅਸੀਂ ਇਸੇ ਚੀਜ਼ ਨੂੰ ਕੰਪੇਅਰ ਕਰਦੇ ਹਾਂ, ਜੇ ਆਪਾਂ ਇੰਡੀਆ ਨਾਲ ਕੰਪੇਅਰ ਕਰ ਲਈਏ, ਉੱਥੇ ਦੇਖੋ ਦਿੱਲੀ 'ਚ, ਜੇ ਆਪਾਂ ਦਿੱਲੀ ਦੀ ਗੱਲ ਕਰਦੇ ਹਾਂ ਤਾਂ ਪੋਲੂਸ਼ਨ ਦੀ ਕਿੰਨੀ ਵੱਡੀ ਪ੍ਰੋਬਲਮ ਹੈ ਜੀ। ਹੁਣ ਇੱਥੇ ਜਦੋਂ ਆਪਾਂ ਕੈਨੇਡਾ ਦੀ ਗੱਲ ਕਰਦੇ ਹਾਂ, ਜਿਹੜੀਆਂ ਜੋ ਇਹ ਕਰਨ ਲੱਗੇ ਆ, ਤੇ ਜੇ ਇਹਦੇ ਨਾਲ $35 ਜਾਂ $60 ਜਾਂ $50 ਜਾਂ ਈਵਨ $100, $200, $500 ਵੀ ਸਾਲ ਦਾ ਵੱਧ ਜਾਂਦਾ, ਤਾਂ ਮੇਰਾ ਖਿਆਲ ਕੋਈ ਉਹਦਾ ਫਰਕ ਨਹੀਂ ਪੈਣਾ ਆਮ ਪਬਲਿਕ ਨੂੰ ਜੀ। ਫਰਕ ਨਹੀਂ ਪੈਣਾ। ਨਾਲੇ ਜੋ ਵੀ ਕੀਤਾ ਜਾ ਰਿਹਾ ਹੈ, ਇਹ ਇੱਕ এনवायरमेंट ਨੂੰ ਲੈ ਕੇ ਜਾਂ ਸਾਰੇ ਦੀ ਸਿਹਤ ਨੂੰ ਲੈ ਕੇ ਹੀ ਕੀਤਾ ਜਾ ਰਿਹਾ ਹੈ। ਔਰ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਛੇਤੀ ਵੈਸੇ ਵੀ ਹੋਣਾ ਹੀ ਸੀ, ਤੇ ਉਹਨਾਂ ਨੇ ਜਿਹੜੀ ਅਨਾਉਂਸਮੈਂਟ ਕਰ ਦਿੱਤੀ ਹੈ, ਔਰ ਫੋਸਿਲ ਫਿਊਲ ਤੋਂ ਹਟਾ ਕੇ ਹੁਣ ਇਸ એનર્ਜੀ ਦੇ ਉੱਪਰ ਇਹ ਟਾਈਮ ਲਾਣਗੇ, ਜੋ ਕਿ ਮੈਨੂੰ ਲੱਗਦਾ ਹੈ ਬਹੁਤ ਹੀ ਚੰਗੀ ਗੱਲ ਹੈ ਜੀ। ਬਿਲਕੁਲ ਜੀ, ਬਿਲਕੁਲ ਜੀ ਭਾਜੀ, ਜਿਹੜੀ ਅਗਲੀ ਖਬਰ ਹੈ ਨਾ, ਉਹ ਕੋਵਿਡ ਦੇ ਨਾਲ ਜੁੜੀ ਹੈ। ਜਿਹੜਾ ਕੋਵਿਡ ਦਾ ਸਮਾਂ ਸੀ, ਉਹ ਬਹੁਤ ਹੀ ਜ਼ਿਆਦਾ, ਅਸੀਂ ਬਾਰ-ਬਾਰ ਜਦੋਂ ਵੀ ਕੋਈ ਖਬਰ ਆਉਂਦੀ ਹੈ, ਅਸੀਂ ਹੁਣ ਵੀ ਸੋਚ ਕੇ ਸਾਨੂੰ ਇਹ ਲੱਗਦਾ ਹੈ ਕਿ ਪਤਾ ਨਹੀਂ ਉਹ ਕਿੱਦਾਂ ਦਾ ਸਮਾਂ ਸੀ। ਅਸੀਂ ਸਾਰਿਆਂ ਨੇ ਉਸ ਟਾਈਮ ਕਹਿ ਲਓ ਕਿ ਉਸ ਸਮੇਂ ਨੂੰ ਕੱਟਿਆ। ਬਹੁਤ ਸਾਰੇ ਰੂਲਸ ਐਂਡ ਰੈਗੂਲੇਸ਼ਨ ਲਗਾ ਦਿੱਤੇ ਗਏ ਸੀ ਫੈਡਰਲ ਸਰਕਾਰ ਵੱਲੋਂ, ਪ੍ਰੋਵਿੰਸ਼ਲ ਸਰਕਾਰ ਵੱਲੋਂ। ਜਿੱਥੇ ਵੀ ਤੁਸੀਂ ਜਾਂਦੇ ਸੀ, ਇੱਕ ਡਰ ਦਾ ਮਾਹੌਲ ਸੀ। ਇਕੱਠ ਕਰਨ ਤੋਂ ਬਿਲਕੁਲ ਉਹਨਾਂ ਨੇ ਮਨਾ ਕਰ ਦਿੱਤਾ ਸੀ। ਕਿਤੇ ਵੀ ਤੁਸੀਂ ਕਿਤੇ ਗਰੁੱਪ 'ਚ ਵੀ ਨਹੀਂ ਜਾਣਾ। ਦੁਨੀਆ ਭਰ ਦੇ ਵਿੱਚ, ਔਰ ਨਾਲੇ ਸਿਰਫ ਕੈਲਗਰੀ ਜਾਂ ਐਲਬਰਟਾ ਜਾਂ ਕੈਨੇਡਾ ਦੀ ਗੱਲ ਨਹੀਂ ਹੈ, ਦੁਨੀਆ ਭਰ ਦੇ ਵਿੱਚ ਰੈਸਟ੍ਰਿਕਸ਼ਨਸ ਲੱਗੀਆਂ, ਔਰ ਇਕੱਠ ਤੇ ਸਭ ਤੋਂ ਜ਼ਿਆਦਾ ਰੈਸਟ੍ਰਿਕਸ਼ਨਸ ਜਿਹੜੀਆਂ ਨੇ ਆਲ ਓਵਰ ਦਾ ਵਰਲਡ ਲੱਗੀਆਂ। ਕਿ ਉਹਨਾਂ ਨੇ ਕਿਹਾ ਕਿ ਇੰਨੇ ਬੰਦੇ, ਵਿਆਹ ਸ਼ਾਦੀ ਵੀ ਹੋਵੇ, ਕੁਝ ਵੀ ਹੋਵੇ, ਤੁਸੀਂ 2 ਬੰਦੇ ਲੈ ਕੇ ਜਾਓ, 4 ਬੰਦੇ ਲੈ ਕੇ ਜਾਓ, ਦੈਟਸ ਇਟ। ਪਰ ਐਟ ਦ ਸੇਮ ਟਾਈਮ ਨਾ ਨਿਯਮਾਂ ਦੀ ਪਾਲਣਾ ਕਈਆਂ ਨੇ ਨਹੀਂ ਵੀ ਕੀਤੀ, ਔਰ ਉਹਦੇ ਉੱਪਰ ਸਰਕਾਰਾਂ ਨੂੰ ਬਹੁਤ ਸਖਤ ਜਿਹੜੇ ਨੇ ਕਦਮ ਵੀ ਚੁੱਕਣੇ ਪਏ। ਤੇ ਹੁਣ ਹਾਈਐਸਟ ਕੋਰਟ ਜਿਹੜੀ ਹੈ ਆਪਣੀ ਕੈਨੇਡਾ ਦੀ, ਉਹਨਾਂ ਨੇ ਜਿਹੜੇ ਬ੍ਰਿਟਿਸ਼ ਕੋਲੰਬੀਆ ਦੇ ਜਿਹੜੇ ਚਰਚ ਸੀਗੇ ਜੀ, ਤੇ ਉਹਨਾਂ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਹੈ ਜੀ। ਔਰ ਕਿਹਾ ਹੈ ਕਿ ਜਿਹੜੀ ਉਹਨਾਂ ਦੀ ਅਪੀਲ ਹੈ, ਉਹਨਾਂ ਨੂੰ ਹੁਣ ਆਪਾਂ ਸਾਈਡ ਤੇ ਕਰ ਦੇਵਾਂਗੇ ਕਿ ਔਰ ਉਸ ਸਿਚੁਏਸ਼ਨ ਦੇ ਵਿੱਚ ਜਿਹੜੇ ਰੂਲ ਫੋਲੋ ਨਹੀਂ ਹੋਏ ਸੀ, ਉਹ ਹੁਣ ਵੀ ਗਲਤ ਕਹਿੰਦੇ ਨੇ। ਹਾਂ ਬਿਲਕੁਲ ਜੀ। ਇਹ ਸੁਪਰੀਮ ਕੋਰਟ ਆਫ ਕੈਨੇਡਾ ਜਿਹੜੀ, ਉਹਨਾਂ ਨੇ ਰਿਫਿਊਜ਼ ਕਰੀ ਹੈ ਅਪੀਲ। ਇਹਦੇ ਵਿੱਚ ਜਿਹੜੇ ਕੋਵਿਡ ਦੇ ਟਾਈਮ ਤੇ, ਜਿਵੇਂ ਤੁਸੀਂ ਗੱਲ ਕਰੀ ਹੈ ਪਹਿਲਾਂ, ਜਿਹੜੇ ਚਰਚਸ ਸੀਗੇ ਨਾ, ਉਹਨਾਂ ਤੇ ਬੈਨ ਕਰਿਆ ਹੋਇਆ ਸੀਗਾ ਵੀ ਅੰਦਰ ਜਿਹੜੀ ਆ ਤੁਸੀਂ ਇਕੱਠ ਨਹੀਂ ਕਰ ਸਕਦੇ। ਈਵਨ ਜੇ ਆਪਾਂ ਦੇਖੀਏ ਤਾਂ ਆਪਣੇ ਗੁਰਦੁਆਰੇ, ਉੱਥੇ ਵੀ ਇਹੀ ਬੈਨ ਸੀਗੇ। ਪਰ ਉਹ ਬੈਨ ਹੁੰਦੇ ਹੋਏ ਫਿਰ ਕੁਝ ਜਿਹੜੇ ਚਰਚ ਸੀ, ਉਹਨਾਂ ਨੇ ਉਹ ਬੈਨਾਂ ਨੂੰ ਨਾ ਮੰਨਣ ਕਰਕੇ ਤੇ ਆਪਦੀਆਂ ਜਿਹੜੀਆਂ ਸਰਵਿਸਿਜ਼ ਆ ਉਹ ਜਾਰੀ ਰੱਖੀਆਂ ਉਸੇ ਤਰ੍ਹਾਂ ਹੀ। ਸੋ ਉਸ ਟਾਈਮ ਤੇ ਫਿਰ ਉਹ ਜਿਹੜੇ ਚਰਚ ਸੀਗੇ, ਉਹਨਾਂ ਤੇ ਐਕਸ਼ਨ ਤੇ ਫਾਈਨ ਵੀ ਕਰੇ ਗਏ। ਕੈਲਗਰੀ ਦੇ ਵਿੱਚ ਵੀ ਸੀ, ਹੁਣ ਮੈਨੂੰ ਨਾਂ ਨਹੀਂ ਯਾਦ ਕਿਹੜਾ ਚਰਚ ਸੀਗਾ, ਪਰ ਜੇਲ੍ਹ ਦੇ ਵਿੱਚ ਵੀ ਪਾਇਆ ਗਿਆ ਜੀ ਕਈਆਂ ਨੂੰ ਤੇ ਇਸ ਮਾਮਲੇ ਜੀ ਜੀ। ਸੋ ਇਹਦੇ ਕਰਕੇ ਹੁਣ ਉਹ ਜਿਹੜੇ ਚਰਚ ਜਿਨ੍ਹਾਂ ਨੂੰ ਫਾਈਨ ਹੋਏ ਸੀਗੇ, ਉਹਨਾਂ ਨੇ ਅਪੀਲ ਕਰੀ ਸੀ, ਤੇ ਉਹ ਅਪੀਲ ਸੁਪਰੀਮ ਕੋਰਟ ਨੇ ਖਾਰਜ ਕਰਤੀ ਹੈ ਜੀ ਜੀ। ਸੋ ਇਹ ਜਿਹੜੇ ਗੈਦਰਿੰਗਾਂ ਹੋਈਆਂ, ਔਰ ਜਿੱਥੇ ਬਹੁਤ ਸਾਰੇ ਜਿਹੜੇ ਲੋਕ ਇਕੱਠੇ ਹੁੰਦੇ ਰਹੇ, ਔਰ ਉਸ ਤੋਂ ਬਾਅਦ ਬਹੁਤ ਜਿਹੜੇ ਕੇਸਿਸ ਵੀ ਵੱਧ ਗਏ ਸੀ ਜੀ।
ਜਿਸ ਦੇ ਵਿੱਚ ਰਿਵਰਸਾਈਡ ਕੈਲਵਰੀ ਚੈਪਲ ਲੈਂਗਲੇ ਦੇ ਵਿੱਚ ਇੱਕ ਚਰਚ ਸੀਗਾ ਜੀ, ਇਮੈਨੂਅਲ ਕਨਵੈਂਟ ਰਿਫਾਰਮਡ ਚਰਚ ਐਬਟਸਫੋਰਡ ਦੇ ਵਿੱਚ, ਔਰ ਫ੍ਰੀ ਰਿਫਾਰਮਡ ਚਰਚ ਚਿਲੀਵੈਕ ਦੇ ਵਿੱਚ। ਇਹਨਾਂ ਨੇ ਆਰਗੂ ਕੀਤਾ ਜੀ ਕਿ ਉਹਨਾਂ ਦੇ ਉੱਪਰ ਇਹ ਐਕਚੁਅਲੀ ਵਾਇਲੇਸ਼ਨ ਬਣਦੀ ਹੈ, ਰਾਦਰ ਦੈਨ ਜਿਹੜਾ ਕੋਰਟ ਨੇ ਕਿਹਾ ਸੀਗਾ ਕਿ ਉਹਨਾਂ ਨੇ ਗਲਤ ਕੀਤਾ ਹੈ। ਸੋ ਇੱਕ ਬੜਾ ਡਿਬੇਟੇਬਲ ਟੌਪਿਕ ਵੀ ਹੋ ਗਿਆ ਸੀ ਜੀ ਉਸ ਟਾਈਮ ਤੇ, ਕਿਉਂਕਿ ਜਿੱਥੇ ਇੱਕ ਰਿਲੀਜੀਅਸ ਸੈਂਟੀਮੈਂਟਸ ਵੀ ਹਰਟ ਹੋਏ ਲੋਕਾਂ ਦੇ। ਉਹਨਾਂ ਨੇ ਕਿਹਾ ਕਿ ਅਸੀਂ ਪ੍ਰੇ ਕਰਨਾ ਚਾਹੁੰਦੇ ਹਾਂ, ਅਸੀਂ ਇਕੱਠਾ ਹੋਣਾ ਚਾਹੁੰਦੇ ਹਾਂ, ਅਸੀਂ ਰੱਬ ਤੋਂ ਪ੍ਰੇ ਕਰਨਾ ਚਾਹੁੰਦੇ ਹਾਂ ਕਿ ਕੋਵਿਡ ਠੀਕ ਹੋ ਜਾਵੇ ਜਾਂ ਉਹਨਾਂ ਦੀ ਵੈਲਬੀਂਗ ਲਈ। ਪਰ ਐਟ ਦ ਸੇਮ ਟਾਈਮ ਜਦੋਂ ਇਨਵੈਸਟੀਗੇਸ਼ਨ ਹੋਈ ਜਾਂ ਹੋਰ ਸਾਰੀ ਚੀਜ਼ਾਂ ਹੋਈਆਂ ਤੇ ਬਹੁਤ ਸਾਰੇ ਜਿਹੜੇ ਕੇਸਿਸ ਸੀਗੇ ਉਹ ਚਰਚ ਤੋਂ ਵੀ ਨਿਕਲੇ। ਸੋ ਇਹ ਜਿਹੜੀ ਡਿਬੇਟ ਆ ਬਹੁਤ ਜ਼ਿਆਦਾ ਹਾਈ ਸੀਗੀ, ਹੁਣ ਵੀ ਦੁਬਾਰਾ ਇਹ ਸ਼ੁਰੂ ਹੋ ਗਈ ਹੈ ਜੀ। ਹਾਂਜੀ ਬਿਲਕੁਲ ਬਿਲਕੁਲ ਜੀ। ਇਹ ਪਰ ਕਈ ਵਾਰੀ ਨਾ ਸ਼ਵੀ ਜੀ ਸੋਚੀਦਾ ਇਹ ਹੈ ਵੀ ਉਹ ਜਿਹੜੀ ਕੋਵਿਡ ਦੇ ਟਾਈਮ ਤੇ ਜੋ ਰਿਸਟ੍ਰਿਕਸ਼ਨਾਂ ਲੱਗੀਆਂ ਸੀ ਤੇ ਜੋ ਲੋਕਾਂ ਨੂੰ ਦੇਖੋ ਬਿਮਾਰ ਵੀ ਬਹੁਤ ਹੋਏ, ਹਸਪੀਟਲਾਂ 'ਚ ਵੀ ਬਹੁਤ ਲੋਕ ਗਏ, ਹਸਪੀਟਲਾਂ 'ਚ ਜਗ੍ਹਾ ਵੀ ਹੈ ਨਹੀਂ ਸੀਗੀ ਹੋਰ ਨਵੇਂ ਪੇਸ਼ੈਂਟਾਂ ਵਾਸਤੇ। ਪਰ ਉਹ ਇੱਕਦਮ ਕਿੱਥੇ ਗਿਆ ਸਾਰਾ ਕੁਝ ਜਿਹੜਾ ਜੇ ਕਿਸੇ ਨੂੰ ਫਲੂ ਜਾਂ ਕੋਵਿਡ ਹੁੰਦਾ ਸੀ ਉਹ ਹੁਣ ਕਾਹਤੋਂ ਨਹੀਂ ਹੁੰਦਾ। ਜੇ ਆਪਾਂ ਗੱਲ ਕਰਦੇ ਆ ਵੈਕਸੀਨ ਲੱਗ ਗਈ ਨਾ ਕਈ ਵਾਰੀ, ਗੱਲ ਤੁਹਾਡੀ ਬਿਲਕੁਲ ਠੀਕ ਹੈ, ਵੈਕਸੀਨ ਲੱਗ ਗਈ, ਪਰ ਬਹੁਤ ਲੋਕ ਹਲੇ ਵੀ ਇਹੋ ਜਿਹੇ ਆ ਸ਼ਵੀ ਜੀ ਜਿਨ੍ਹਾਂ ਨੇ ਵੈਕਸੀਨ ਲਵਾਈ ਨਹੀਂ। ਹਾਂਜੀ ਹਾਂਜੀ, ਉਹ ਤਾਂ ਬਚ ਰਹੇ ਨੇ ਕਿਉਂਕਿ ਦੂਜਿਆਂ ਨੇ ਵੈਕਸੀਨ ਲਾਈ ਹੋਈ ਹੈ। ਦੇਖੋ ਇਹ ਤਾਂ ਹੁਣ ਕਹਿ ਨਹੀਂ ਸਕਦੇ ਵੀ ਕੀ ਕਾਹਦੇ ਕਰਕੇ ਬਚ ਰਹੇ ਆ, ਪਰ ਇਹ ਗੱਲ ਸੋਚਣ ਵਾਲੀ ਜ਼ਰੂਰ ਆ ਵੀ ਇੱਕਦਮ ਜਿਹੜਾ ਬੰਦ ਹੋ ਜਾਣਾ। ਫਿਰ ਜਿਹੜੀ ਜਦੋਂ ਕੋਵਿਡ ਹੋਇਆ ਨਾ, ਮੈਨੂੰ ਵੀ, ਮੈਂ ਇੱਕ ਵਾਰੀ ਯੂਐਸ ਗਿਆ ਸੀਗਾ ਤੇ ਯੂਐਸ ਉਸ ਟਾਈਮ ਤੇ ਜਦੋਂ ਤੁਸੀਂ ਕੈਨੇਡਾ ਆਉਣਾ ਨਾ, ਜੇ ਤੁਸੀਂ 72 ਘੰਟੇ ਤੋਂ ਜ਼ਿਆਦਾ ਰਹਿੰਦੇ ਆ ਉੱਥੇ ਯੂਐਸ, ਤਾਂ ਤੁਹਾਨੂੰ ਕੋਵਿਡ ਟੈਸਟ ਕਰਾਉਣਾ ਪੈਂਦਾ। ਸੋ ਮੈਂ ਕੋਵਿਡ ਟੈਸਟ ਕਰਾਇਆ ਤੇ ਅਗਲੇ ਦਿਨ ਮੇਰੀ ਫਲਾਈਟ ਸੀਗੀ ਸੈਨ ਫਰਾਂਸਿਸਕੋ ਤੋਂ ਬੈਲਿੰਗਹੈਮ ਤੱਕ। ਬੈਲਿੰਗਹੈਮ ਮੇਰੀ ਗੱਡੀ ਖੜੀ ਸੀ, ਉੱਥੋਂ ਮੈਂ ਡਰਾਈਵ ਕਰਕੇ ਆਉਣਾ ਸੀ। ਮੈਂ ਰਾਤ ਨੂੰ ਟੈਸਟ ਕਰਾਇਆ ਤੇ ਅਗਲੇ ਦਿਨ ਦੁਪਹਿਰੇ ਮੈਨੂੰ ਉਹਦਾ ਰਿਜ਼ਲਟ ਆ ਗਿਆ। ਰਿਜ਼ਲਟ ਆਏ ਤੋਂ ਬਾਅਦ ਨਾ, ਰਿਜ਼ਲਟ ਆਉਣ ਤੋਂ ਪਹਿਲਾਂ ਮੇਰੀ ਫਲਾਈਟ ਸੀਗੀ, ਬਿਕੋਜ਼ ਮੇਰੀ ਉਹ ਫਲਾਈਟ ਯੂਐਸ ਦੇ ਵਿੱਚ ਹੀ ਸੀ ਤੇ ਉਹਦੇ 'ਚ ਰਿਕੁਆਇਰਮੈਂਟ ਨਹੀਂ ਸੀਗੀ ਵੀ ਕੋਵਿਡ ਟੈਸਟ ਦੀ। ਸੋ ਮੈਂ ਫਲਾਈ ਕਰਕੇ ਉੱਥੇ ਆ ਗਿਆ ਬੈਲਿੰਗਹੈਮ। ਬੈਲਿੰਗਹੈਮ ਆ ਕੇ ਜਦੋਂ ਮੈਂ ਈਮੇਲ ਦੇਖੀ ਤੇ ਮੇਰਾ ਰਿਜ਼ਲਟ ਪੋਜ਼ਿਟਿਵ ਆ ਗਿਆ। ਪੋਜ਼ਿਟਿਵ ਆਇਆ ਤੇ ਹੁਣ ਮੈਂ ਗੱਡੀ ਚੱਕ ਕੇ ਮੈਂ ਬਾਰਡਰ ਤੇ ਆ ਗਿਆ ਕੈਨੇਡਾ ਐਂਟਰ ਕਰਨ ਨੂੰ। ਉੱਥੇ ਆਇਆ ਤਾਂ ਮੈਨੂੰ ਉਹਨਾਂ ਨੇ ਪੁੱਛਿਆ ਵੀ ਤੂੰ ਸਾਰਾ ਕੁਝ ਚੈੱਕ ਕਰਕੇ ਕੋਵਿਡ ਟੈਸਟ ਕਰਾਇਆ? ਮੈਂ ਕਿਹਾ ਹਾਂ ਕਰਾਇਆ। ਤੇ ਰਿਜ਼ਲਟ ਮੈਨੂੰ ਕਹਿੰਦੇ, ਮੈਂ ਕਿਹਾ ਪੋਜ਼ਿਟਿਵ। ਹੁਣ ਦੇਖੋ ਨਾ ਤਾਂ ਉਹ ਮੈਨੂੰ ਵਾਪਸ ਕਰਨ ਜੋਗੇ, ਬਿਕੋਜ਼ ਜੇ ਤੁਹਾਡਾ ਰਿਜ਼ਲਟ ਪੋਜ਼ਿਟਿਵ ਹੁੰਦਾ ਤਾਂ ਤੁਸੀਂ ਆ ਨਹੀਂ ਸਕਦੇ ਕੈਨੇਡਾ। ਹੁਣ ਮੈਂ ਆਲਰੇਡੀ ਕੈਨੇਡਾ ਐਂਟਰ ਕਰ ਗਿਆ। ਫਿਰ ਮੈਨੂੰ ਉਹਨਾਂ ਨੇ ਪੁੱਛਿਆ, ਸਰੀ ਦੇ ਬਾਰਡਰ ਤੇ ਸੀ, ਵੀ ਤੂੰ ਜਾਣਾ ਕਿੱਥੇ? ਮੈਂ ਕਿਹਾ ਮੈਂ ਕਲੋਨੇ ਜਾਣਾ। ਉਹਨਾਂ ਨੇ ਮੈਨੂੰ ਬਹੁਤ ਸਖਤ ਇੰਸਟਰਕਸ਼ਨਾਂ ਦਿੱਤੀਆਂ ਵੀ ਤੂੰ ਬਿਲਕੁਲ ਨਹੀਂ ਰੁਕਣਾ ਕਿਤੇ। ਗੈਸ ਹੈਗੀ ਆ, ਘਰੇ ਜਾ ਕੇ ਰੁਕਣਾ। ਤੇ 10 ਦਿਨ ਮੈਂ ਉੱਥੇ ਘਰੇ ਰਿਹਾ, ਮੈਂ ਕਿਤੇ ਜਾ ਨਹੀਂ ਸਕਿਆ। ਪਰ ਮੈਨੂੰ ਹੋਇਆ ਕੁਛ ਨਹੀਂ, ਮੈਨੂੰ ਕੋਈ ਫੀਲ ਨਹੀਂ ਹੋਇਆ, ਕੋਈ ਬੁਖਾਰ ਨਹੀਂ ਹੋਇਆ, ਕੋਈ ਜ਼ੁਕਾਮ ਨਹੀਂ ਹੋਇਆ, ਪਰ ਰਿਜ਼ਲਟ ਪੋਜ਼ਿਟਿਵ। ਉਹ ਕਈ ਵਾਰ ਭਾਜੀ ਉਹ ਮੈਨੂੰ ਲੱਗਦਾ ਕਿ ਜਿਹੜਾ ਵਾਇਰਸ ਸੀ ਉਹ ਉਹੀ ਤਾਂ ਪ੍ਰੋਬਲਮ ਸੀਗੀ ਨਾ ਜੀ। ਇਹ ਜਿਹੜਾ ਵਾਇਰਸ ਸੀਗਾ ਕੋਵਿਡ, ਉਹ ਹਰ ਬੋਡੀ ਤੇ ਡਿਫਰੈਂਟ ਤਰੀਕੇ ਦੇ ਨਾਲ ਕਹਿੰਦੇ ਨੇ ਕਰਦਾ ਸੀ ਜੀ ਅਸਰ। ਤੇ ਵਧੀਆ ਗੱਲ ਹੈ ਜਿਹਦੀ ਇਮਿਊਨਿਟੀ ਚੰਗੀ ਸੀਗੀ ਉਹ ਬਚ ਗਏ ਜੀ, ਔਰ ਜਿਨ੍ਹਾਂ ਦੀ ਨਹੀਂ ਸੀਗੀ ਤੇ ਉਹਨਾਂ ਨੂੰ ਬਹੁਤ ਸਿਵੀਅਰ ਉਹਨਾਂ ਦੀ ਕੰਡੀਸ਼ਨਸ ਵੀ ਦੇਖੀਆਂ, ਕਈਆਂ ਦੀ ਮੌਤਾਂ ਵੀ ਹੋ ਗਈਆਂ। ਤੇ ਮੈਨੂੰ ਲੱਗਦਾ ਹੁਣ ਜਿਵੇਂ ਤੁਸੀਂ ਕਿਹਾ ਕਿ ਕਿਉਂ ਨਹੀਂ ਹੁੰਦਾ, ਇਹ ਜਿਹੜੀਆਂ ਵੈਕਸੀਨਸ, ਇੰਨੀਆਂ ਲੱਖਾਂ ਕਰੋੜਾਂ ਵੈਕਸੀਨਸ ਇਹਨਾਂ ਨੇ ਬਣਾਈਆਂ ਨੇ ਜੋ ਹੁਣ ਵੀ ਪਈਆਂ ਨੇ ਜੀ, ਤੇ ਹੁਣ ਵੀ ਸ਼ਾਇਦ ਟੀਕੇ ਲੱਗਣਗੇ। ਸੋ ਮੈਨੂੰ ਲੱਗਦਾ ਉਹਦੇ ਕਰਕੇ ਜਿਹੜਾ ਬੂਸਟਰ, ਅਸੀਂ ਵੈਕਸੀਨ ਜਿਹੜਾ ਹੈ ਉਹਨੂੰ ਐਜ਼ ਅ ਬੂਸਟਰ ਸ਼ਾਟ ਕਹਿ ਸਕਦੇ ਹਾਂ, ਤੇ ਉਹਨੇ ਫਾਈਟ ਸ਼ਾਇਦ ਕੀਤਾ ਤੇ ਉਸ ਤੋਂ ਬਾਅਦ ਹੁਣ ਉਹਦੇ ਕਰਕੇ ਸ਼ਾਇਦ ਨਹੀਂ ਹੋ ਰਿਹਾ। ਪਰ ਹਾਂਜੀ ਉਸ ਟਾਈਮ ਦਾ ਜਿਹੜਾ ਸਮਾਂ ਸੀ, ਅਗੇਨ ਮੈਂ ਉੱਥੇ ਆਉਣਾ ਕਿ ਉਹ ਬੜਾ ਹੀ ਭਿਆਨਕ, ਜਿਵੇਂ ਤੁਹਾਨੂੰ ਕਿਹਾ ਕਿ ਗੱਡੀ ਚੋਂ ਨਹੀਂ ਉਤਰਨਾ, ਕਿਤੇ ਨਹੀਂ ਜਾਣਾ, ਸਿੱਧਾ ਜਾ ਕੇ ਘਰੇ, ਤੁਸੀਂ 10 ਦਿਨ ਕਿਤੇ ਨਹੀਂ ਜਾਣਾ। ਸੋ ਇੱਦਾਂ ਦੀਆਂ ਗੱਲਾਂ ਬਹੁਤ ਹੋਈਆਂ। 14 ਦਿਨ ਵਾਲਾ ਮੈਨੂੰ ਯਾਦ ਹੈ ਜੀ, ਉਹ ਵੀ ਬਹੁਤ ਭਾਵੇਂ ਜਿੱਥੇ ਮਰਜ਼ੀ ਜਾ ਕੇ ਆਓ ਤੇ ਭਾਵੇਂ ਬਾਰਡਰ ਕ੍ਰਾਸ ਕਰਕੇ ਆਓ, 14 ਦਿਨ ਦਾ ਤੁਹਾਨੂੰ ਇੱਕ ਵਾਰ ਕੁਆਰੰਟੀਨ ਰੱਖਣਾ ਪੈਂਦਾ ਸੀ, ਭਾਵੇਂ ਤੁਸੀਂ ਪੋਜ਼ਿਟਿਵ ਹੋ ਜਾਂ ਨਹੀਂ। ਆ ਵੀ ਸੀਗਾ ਭਾਜੀ। ਹਾਂ ਬਿਲਕੁਲ।
ਸੋ ਉਹ ਵੀ ਡਿਪੈਂਡ, ਤੁਸੀਂ ਤਾਂ ਚਲੋ ਪੋਜ਼ਿਟਿਵ ਸੀਗੇ, ਕਈ ਤਾਂ ਪੋਜ਼ਿਟਿਵ ਨਹੀਂ ਵੀ ਸੀਗੇ, ਉਹ ਤਾਂ ਟੈਸਟ ਕਰਕੇ ਜਦੋਂ ਕਰਾ ਕੇ ਆਉਂਦੇ ਸੀ ਨੈਗੇਟਿਵ, ਪਰ ਤੁਹਾਨੂੰ 14 ਦਿਨ ਰਹਿਣਾ ਪੈਣਾ ਜੀ। ਸੋ ਇੱਦਾਂ ਵੀ ਬਹੁਤ ਕੁਝ ਹੋਇਆ। ਸੋ ਮੈਨੂੰ ਲੱਗਦਾ ਹੈ ਕਿ ਬਹੁਤ ਹੁਣ ਵਧੀਆ ਸਮਾਂ ਹੈ, ਜਿੱਥੇ ਹੁਣ ਸਾਡੇ ਕੋਲ ਘੱਟੋ ਘੱਟ ਕੋਵਿਡ ਦਾ ਉਹ ਜਿਹੜਾ ਇੱਕ ਵਾਇਰਸ ਸੀ, ਜਿੱਥੇ ਸਮਝ ਨਹੀਂ ਆ ਰਹੀ ਸੀ ਕੀ ਹੋਣਾ, ਉਹ ਤੋਂ ਅਸੀਂ ਬਾਹਰ ਨਿਕਲੇ ਆ ਭਾਜੀ, ਜਿੱਦਾਂ ਮਰਜੀ। ਸੋ ਭਾਜੀ ਜਿਹੜੀ ਅਗਲੀ ਖਬਰ ਹੈ ਉਸ ਦੇ ਵਿੱਚ ਜਿਹੜਾ ਮਾਰਚ ਦੇ ਵਿੱਚ ਇੱਕ ਕੈਲਗਰੀ ਦੇ ਵਿੱਚ ਇੱਕ ਐਕਸਪਲੋਜਨ ਹੋਇਆ ਸੀ, ਉਸ ਦੇ ਵਿੱਚ ਫਾਇਰ ਫਾਈਟਰਸ ਜਿਹੜੇ ਨੇ ਉਹ ਹੀਰੋ ਸਾਬਤ ਹੋਏ। ਉਹਨਾਂ ਨੇ ਬਹੁਤ ਆਪਣੀ ਜਾਨ ਤੇ ਖੇਲ ਕੇ ਬਹੁਤ ਕੁਝ ਜਿਹੜੀ ਸਿਚੁਏਸ਼ਨ ਹੈ ਉਹਨੂੰ ਕਾਬੂ ਕੀਤਾ, ਔਰ ਉਹਨਾਂ ਵਿੱਚੋਂ ਜਿਹੜੇ ਫਾਇਰ ਫਾਈਟਰ ਸੀਗੇ ਉਹਨਾਂ ਨੂੰ ਸਨਮਾਨਿਤ ਕਰਨ ਲਈ ਇੱਕ ਗੈਟ ਟੂਗੈਦਰ ਕਹਿ ਲਓ ਜਾਂ ਸਨਮਾਨਿਤ ਕਰਨ ਲਈ ਉਹਨਾਂ ਨੂੰ ਇਕੱਠਾ ਕੀਤਾ ਜਾ ਰਿਹਾ ਸੀ, ਪਰ ਹੁਣ ਥੋੜੀ ਦੇਰ ਲਈ ਉਹ ਪੋਸਟਪੋਨ ਕਰ ਦਿੱਤਾ ਗਿਆ, ਬਿਕੋਜ਼ ਉਹਨਾਂ ਵਿੱਚੋਂ ਕਈਆਂ ਨੂੰ ਸਰਜਰੀਜ਼ ਜਾਂ ਕੁਝ ਹੋਰ ਜਦ ਤੱਕ ਉਹ ਠੀਕ ਨਹੀਂ ਹੁੰਦੇ ਕਹਿੰਦੇ ਹਜੇ ਉਹ ਨਹੀਂ ਕਰ ਸਕਦੇ। ਹਾਂ ਬਿਲਕੁਲ ਜੀ, ਇਹਦੇ ਚ 10 ਜਾਣੇ ਸੀਗੇ ਜਿਨ੍ਹਾਂ ਨੂੰ ਇੰਜਰੀਜ਼ ਜਾਂ ਧੂਏ ਨਾਲ ਜਾਂ ਕਿਸੇ ਵੀ ਐਕਸਪਲੋਜਨ ਕਰਕੇ ਹੋਈਆਂ। ਉਹ ਦੇਖੋ, ਪਹਿਲੀ ਗੱਲ ਤਾਂ ਸਾਡੀ ਜਿਹੜੀ ਪ੍ਰਾਰਥਨਾ ਹੈਗੀ ਆ ਉਹਨਾਂ ਲਈ ਵੀ, ਜਿਹੜੇ ਵੀ ਕਿਸੇ ਨੂੰ ਕੋਈ ਸੱਟ ਲੱਗੀ ਆ ਉਹਦੇ ਕਰਕੇ, ਐਕਸਪਲੋਜਨ ਕਰਕੇ ਜਾਂ ਬਰੀਦਿੰਗ ਕਰਕੇ, ਉਹ ਸਾਰੇ ਠੀਕ ਹੋਣ। ਤੇ ਦੂਜਾ ਜਿਹੜਾ ਹੈਗਾ, ਜਿਹੜੀ ਜਿਵੇਂ ਤੁਸੀਂ ਗੱਲ ਕਰੀ ਹੈਗੀ ਆ ਵੀ ਇਹ ਕੈਲਗਰੀ 'ਚ ਹੋਇਆ। ਦੇਖੋ ਕੈਲਗਰੀ 'ਚ ਅੱਗੇ ਪਿੱਛੇ ਹੋਰ ਵੀ ਅੱਗਾਂ ਲੱਗਦੀਆਂ ਰਹਿੰਦੀਆਂ, ਪਰ ਜਿਹੜੇ ਫਾਇਰ ਫਾਈਟਰ ਹੈ ਨਾ, ਉਹ ਇੱਕ ਬਹੁਤ ਅਹਿਮ ਜਿਹੜਾ ਰੋਲ ਹੈ, ਜਿਹੜੇ ਫਾਇਰ ਫਾਈਟਰ ਹੈ ਨਾ, ਉਹ ਆਪਦੀ ਜਾਨ ਤੇ ਪੂਰਾ ਰਿਸਕ ਲੈ ਕੇ ਜੋ ਵੀ ਕੁਛ ਕਰਦੇ ਹੈਗੇ ਆ, ਲੋਕਾਂ ਨੂੰ ਬਚਾਉਂਦੇ ਆ, ਅੱਗ ਚੋਂ ਕੱਢਦੇ ਆ, ਅੱਗ ਬੁਝਾਉਂਦੇ ਆ, ਉਹ ਬਹੁਤ ਬਹੁਤ ਇੱਕ ਜ਼ਬਰਦਸਤ ਆਪਦੀ ਜਾਨ ਤੇ ਬਾਜੀ ਲਾ ਕੇ ਉਹ ਜੋ ਕੰਮ ਕਰਦੇ ਆ ਜੀ ਜੀ ਜੀ। ਔਰ ਮਹੀਨੇ ਪਹਿਲਾਂ ਕਹਿਣਾ ਹੈ ਇਹਨਾਂ ਦਾ ਕਿ ਜਿੰਨੇ ਵੀ ਇੰਜਰਡ ਸੀਗੇ ਉਹ ਹਸਪਤਾਲ ਤੋਂ ਬਾਹਰ ਆ ਗਏ ਸੀਗੇ ਜੀ, ਛੁੱਟੀ ਮਿਲ ਗਈ ਸੀ ਉਹਨਾਂ ਨੂੰ। ਔਰ ਕੈਲਗਰੀ ਸਾਊਥ ਸਡੈਂਸ ਕਮਿਊਨਿਟੀ ਨੇ ਇਸ ਕਰਕੇ ਇੱਕ ਪਲਾਨ ਕੀਤਾ ਸੀਗਾ ਇਵੈਂਟ, ਜਿਹਦੇ ਵਿੱਚ ਉਹਨਾਂ ਨੇ ਥੈਂਕਸ ਕਰਨਾ ਸੀਗਾ ਜੀ, ਜਿੰਨੇ ਲੋਕਾਂ ਨੇ ਬਚਾਇਆ ਜੀ, ਉਸ ਸਥਿਤੀ ਦੇ ਵਿੱਚ ਕਾਬੂ ਕੀਤਾ, ਉਸ ਅੱਗ ਨੂੰ ਕਾਬੂ ਕੀਤਾ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ। ਔਰ ਇਹ ਇੱਕ ਬੇਸਮੈਂਟ ਦੇ ਵਿੱਚ ਅੱਗ ਲੱਗੀ ਸੀ, ਜਿਹਦੇ ਕਰਕੇ ਪੂਰਾ ਜਿਹੜਾ ਹੈ ਆਊਟ ਆਫ ਕੰਟਰੋਲ ਅੱਗ ਹੋ ਗਈ ਸੀਗੀ, ਪਰ ਜਿਹੜੇ ਫਾਇਰ ਫਾਈਟਰਸ ਨੇ ਉਹਨਾਂ ਨੇ ਕਾਬੂ ਕੀਤਾ ਜੀ, ਔਰ ਬਹੁਤ ਭਿਆਨਕ ਰੂਪ ਦੇ ਨਾਲ ਉਹ ਇੰਜਰਡ ਹੋਏ। ਔਰ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਫਾਇਰ ਫਾਈਟਰ ਆ, ਉਹਨਾਂ ਨੂੰ ਇੱਕ ਹੋਰ ਸਰਜਰੀ ਲਈ ਬੁਲਾਇਆ ਗਿਆ, ਕਿਉਂਕਿ ਉਹਨਾਂ ਨੂੰ ਸਕਿਨ ਗ੍ਰਾਫਟਸ ਦੀ ਪ੍ਰੋਬਲਮ ਹੋ ਗਈ ਸੀਗੀ ਜੀ, ਔਰ ਹੋ ਸਕਦਾ ਹੈ ਕਿ ਉਹਨਾਂ ਨੂੰ ਆਪਰੇਸ਼ਨ 1 ਜਾਂ 2 ਹੋਰ ਕਰਵਾਉਣੇ ਪੈਣ। ਔਰ ਕਈਆਂ ਨੇ ਕਿਹਾ ਕਿ 3 ਉਹਨਾਂ ਵਿੱਚੋਂ ਫਾਇਰ ਫਾਈਟਰਸ ਐਸੇ ਸੀਗੇ ਜਿਨ੍ਹਾਂ ਨੇ ਆਪਣੀ ਸਕਿਨ ਆਪਣੀ ਲੱਤਾਂ ਤੋਂ ਕੱਢ ਕੇ ਉਹਨਾਂ ਨੇ, ਔਰ ਹੱਥਾਂ ਤੋਂ ਕੱਢ ਕੇ ਜੀ, ਉਹਨਾਂ ਨੇ ਦੂਜੇ ਪਾਸੇ ਲਾਇਆ ਔਰ ਹੀਲ ਕਰਨ ਦੀ ਕੋਸ਼ਿਸ਼ ਕੀਤੀ, ਔਰ ਉਹ ਸ਼ਰਿੰਕ ਹੋ ਗਈ ਜੀ ਸਕਿਨ ਅੱਗ ਦੇ ਵਿੱਚ। ਦੇਖੋ ਜਦੋਂ ਬਾਡੀ ਬਰਨ ਹੋ ਜਾਂਦੀ ਹੈ ਨਾ ਸ਼ਵੀ ਜੀ, ਉਦੋਂ ਜਿਹੜੀ ਸਕਿਨ ਆ, ਤੁਸੀਂ ਇੱਕ ਆਪਦੀ ਬਾਡੀ ਦੇ ਪਾਰਟ ਤੋਂ ਲਾ ਕੇ ਦੂਜੀ ਤੇ ਲਾਉਨੇ ਆ, ਜਾਂ ਆਪਦੀ ਲਾ ਕੇ ਕਿਸੇ ਦੇ ਹੋਰ ਜਿਹੜੇ ਡਾਕਟਰ ਹੈਗੇ ਆ ਉਹਨਾਂ ਨੂੰ ਪਤਾ ਵੀ ਕਿਵੇਂ ਕੀ ਕਰਦੇ ਆ, ਪਰ ਉਹ ਜਿਹੜਾ ਹੈ ਨਾ ਬਹੁਤ ਭਿਆਨਕ ਤੇ ਬਹੁਤ ਦਰਦਨਾਕ ਜਿਹੜੀ ਆ ਸਿਚੁਏਸ਼ਨ ਹੁੰਦੀ ਆ। ਉਸ ਟਾਈਮ ਤੇ ਦੇਖੋ ਪੇਨ ਵੀ ਹੋਣੀ ਆ, ਜਿੱਥੇ ਜਿਹੜੀ ਬਾਡੀ ਦਾ ਪਾਰਟ ਤੁਹਾਡਾ ਇੰਨਾ ਬਹੁਤ ਜ਼ਿਆਦਾ ਮੱਚ ਗਿਆ, ਉਹਨੂੰ ਦੇਖੋ ਰਿਪੇਅਰ ਕਰਨਾ ਇੰਨੀ ਸੌਖੀ ਗੱਲ ਨਹੀਂ ਗੀ। ਤੇ ਹੁਣ ਜੇ ਉਹ ਰਿਪੇਅਰ ਕਰਦੇ ਉਹਦੇ ਵਿੱਚ ਗਾਂ ਹੋਰ ਕੰਪਲੀਕੇਸ਼ਨਾਂ ਆ ਜਾਂਦੀਆਂ, ਇਸ ਤਰ੍ਹਾਂ ਪ੍ਰੋਬਲਮਾਂ ਆ ਜਾਂਦੀਆਂ, ਤਾਂ ਉਹ ਤਾਂ ਉਦੋਂ ਵੀ ਫਿਰ ਦੁਖਦਾਈ ਸਮਾਂ ਹੋ ਜਾਂਦਾ ਜੀ। ਬਿਲਕੁਲ। ਔਰ ਇੱਕ ਬਲਾਸਟ ਹੋਇਆ ਸੀ ਜੀ, ਜੇ ਸਾਡੇ ਜਿਹੜੇ ਦੇਖਣ ਵਾਲੇ ਸੁਣਨ ਵਾਲੇ ਨੂੰ ਨਹੀਂ ਪਤਾ, ਜਿਵੇਂ ਅਸੀਂ ਫਿਲਮਾਂ 'ਚ ਦੇਖਦੇ ਹੁੰਦੇ ਹਾਂ, ਉੱਦਾਂ ਇੱਕ ਪ੍ਰੋਪਰ ਬਲਾਸਟ ਹੋਇਆ, ਜਿਸ ਦੇ ਵਿੱਚ ਸਾਰੇ ਹੀ ਜਿਹੜੇ ਬੇਸਮੈਂਟ ਤੋਂ ਬਾਹਰ ਨਿਕਲ ਕੇ, ਜਿਵੇਂ ਉਹ ਬਾਹਰ ਹੀ ਆ ਕੇ ਥੱਲੇ ਡਿੱਗੇ ਜੀ, ਔਰ ਉਹਨਾਂ ਨੇ ਉਸ ਅੱਗ ਨੇ ਕਈ ਘਰ ਔਰ ਕਈ ਜਿਹੜੀ ਹੋਰ ਜਿਹੜੀ ਉੱਥੇ ਨਾਲ ਸੀਗੇ ਉਹਨਾਂ ਨੂੰ ਬਿਲਕੁਲ ਸਾੜ ਦਿੱਤਾ ਜੀ, ਔਰ ਛੱਤ ਵੀ ਜਿਹੜੀ ਹੈ ਉਹ ਉੱਡ ਗਈ ਸੀਗੀ। 6 ਲੋਕਾਂ ਨੂੰ ਉਹਨਾਂ ਦੇ ਵਿੱਚੋਂ ਲਾਈਫ ਥ੍ਰੈਟਨਿੰਗ ਇੰਜਰੀਜ਼ ਹੋਈ, ਔਰ 3 ਜਿਹੜੇ ਨੇ ਉਹ ਇੰਨੇ ਕੁ ਜ਼ਿਆਦਾ ਇੰਜਰਡ ਹੋਏ, ਜਿਵੇਂ ਅਸੀਂ ਪਹਿਲਾਂ ਵੀ ਦੱਸਿਆ, ਕਿ ਉਹ ਹਸਪੀਟਲ 'ਚ ਹੀ ਸੈਡੇਟਡ ਰਹੇ ਜੀ,
ਬਿਲਕੁਲ, ਔਰ ਬਹੁਤ ਜ਼ਿਆਦਾ ਸਮੇਂ ਤੱਕ ਰਹੇ, ਔਰ ਇਹਨਾਂ ਨੂੰ ਘੱਟੋ ਘੱਟ 6 ਮਹੀਨੇ ਹੋਰ ਲੱਗ ਜਾਣੇ ਨੇ ਜੀ, ਔਰ ਬਿਲਕੁਲ ਜਿਹਨੂੰ ਕਹਿੰਦੇ ਨੇ ਪਰਫੈਕਟ ਹੋਣ ਨੂੰ, ਪਰ ਉਸ ਤੋਂ ਜ਼ਿਆਦਾ ਸਮਾਂ ਵੀ ਲੱਗ ਸਕਦਾ ਹੈ। ਔਰ ਭਾਜੀ ਮੈਡੀਕਲ ਕੇਅਰ ਨੂੰ ਸਾਰਿਆਂ ਨੇ ਬਹੁਤ ਬਹੁਤ ਥੈਂਕਸ ਕੀਤਾ ਕੈਨੇਡਾ ਦੀ, ਔਰ ਇਹ ਵੀ ਕਿਹਾ ਕਿ ਹੋ ਸਕਦਾ ਹੈ ਜੇ ਇਹ ਕੈਨੇਡਾ 'ਚ ਨਾ ਹੁੰਦੇ, ਇਹ ਕੇਅਰ ਉਹਨਾਂ ਨੂੰ ਨਾ ਮਿਲਦੀ, ਤੇ ਸ਼ਾਇਦ ਬਚਣਾ ਵੀ ਬਹੁਤ ਔਖਾ ਹੋ ਜਾਂਦਾ ਜੀ। ਹਾਂ ਬਿਲਕੁਲ ਜੀ, ਬਿਲਕੁਲ। ਸੋ ਮੈਨੂੰ ਲੱਗਦਾ ਕਿ ਜਿਹੜੇ ਉਹਦੇ ਚੋਂ ਲਾਸਟ ਦੇ ਵਿੱਚੋਂ ਜਿਹੜੇ ਇਹਨਾਂ ਦੀ ਵਾਕਈ ਸਿਫਤ ਕਰਨੀ ਬਣਦੀ ਹੈ, ਔਰ ਇਹਨਾਂ ਦੇ ਜਿਹੜੇ ਐਫਰਟਸ ਨੇ ਉਹਨੂੰ ਸੈਲੀਬ੍ਰੇਟ ਔਰ ਉਹਨਾਂ ਨੂੰ ਸਨਮਾਨਿਤ ਕਰਨਾ ਬਣਦਾ ਹੈ, ਕਿਉਂਕਿ ਜੇ ਇਹ ਨਾ ਹੁੰਦੇ ਤਾਂ ਮੈਨੂੰ ਲੱਗਦਾ ਕਿ ਬਹੁਤ ਕੁਝ ਔਖਾ ਹੋ ਜਾਣਾ ਹੈ ਜੀ। ਔਰ ਗੋ ਫੰਡ ਮੀ ਪੇਜ ਤੇ ਵੀ ਹੈਲਪ ਆਊਟ ਕਰਨ ਲਈ, ਜਾਂ ਇਸ ਇੰਸੀਡੈਂਟ ਤੋਂ ਬਾਅਦ $30,000 ਤੋਂ ਵੀ ਜ਼ਿਆਦਾ ਰੇਸ ਕੀਤਾ ਗਿਆ ਸੀ ਜੀ। ਸੋ ਅਸੀਂ ਉਹਨਾਂ ਦਾ ਵਾਕਈ ਫਾਇਰ ਫਾਈਟਰਸ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਹੜੇ ਕਿ ਇਸ ਹਾਦਸੇ ਦੇ ਵਿੱਚ ਔਰ ਕਈ ਹੋਰ ਇਨਸੀਡੈਂਟਸ ਦੇ ਵਿੱਚ ਆਪਣੇ ਜਾਨ ਤੇ ਖੇਲ ਕੇ ਲੋਕਾਂ ਨੂੰ ਬਚਾਉਂਦੇ ਨੇ ਜੀ। ਹਾਂ ਬਿਲਕੁਲ ਜੀ, ਬਿਲਕੁਲ। ਬਹੁਤ ਔਖਾ ਕੰਮ ਹੈ ਇਹ। ਜਿਹੜੇ ਫਾਇਰ ਫਾਈਟਰ ਆ, ਜਿਵੇਂ ਮੈਂ ਪਹਿਲਾਂ ਵੀ ਕਿਹਾ ਵੀ ਅੱਗ ਬੁਝਾਉਣਾ ਸੌਖਾ, ਪਰ ਅੱਗ ਦੇ ਵਿੱਚੋਂ ਲੋਕਾਂ ਨੂੰ ਕੱਢਣਾ ਤੇ ਉਸ ਤੋਂ ਬਾਅਦ ਫੇਰ ਅੱਗ ਬੁਝਾਉਣੀ, ਉਹ ਕੋਈ ਸੌਖਾ ਨਹੀਂ ਗਾ, ਸੌਖਾ ਨਹੀਂ ਹੈ ਜੀ। ਬਿਲਕੁਲ ਜੀ, ਸੋ ਸਾਡੀ ਦੁਆਵਾਂ ਉਹਨਾਂ ਨੇ ਨਾਲ, ਬਿਲਕੁਲ ਨਾਲ ਨੇ ਜੀ। ਭਾਜੀ 2 ਸੀਟਰ ਤੇ ਅੱਜ ਤਾਂ ਤੁਸੀਂ ਆਲਰੇਡੀ ਹੁਣ ਅੱਜ ਤੁਹਾਨੂੰ ਇੱਥੋਂ ਤੁਰ ਕੇ ਨਾ ਕੈਮਲੂਪਸ ਰੱਸਾ ਸਿੱਟਣਾ ਪੈਣਾ। ਸਿੱਟ ਦਿੰਦੇ ਆ ਜੀ, ਤਾਂ ਇਸੇ ਬਹਾਨੇ ਮੈਂ ਵੀ ਕੈਮਲੂਪਸ ਘੁੰਮ ਲੂੰਗਾ, ਪਰ ਅੱਜ ਟਾਈਮ ਜ਼ਿਆਦਾ ਨਹੀਂ ਹੋਣਾ, ਕਿਉਂਕਿ ਨਾਲ ਹੀ ਤੁਹਾਨੂੰ ਲੈ ਕੇ ਜਾਣਾ ਪੈਣਾ ਪੰਜਾਬ, ਔਰ ਬੜੀ ਇੰਟਰਸਟਿੰਗ ਖਬਰਾਂ ਜਿਹੜੀਆਂ ਨੇ ਉੱਥੋਂ ਆ ਰਹੀਆਂ ਨੇ। ਔਰ ਪਰ ਅੱਜ ਹੈਗੀ ਹੈ ਭਾਜੀ ਲਾਲ ਡਾਇਰੀ ਦੀ ਸ਼ਾਇਰੀ, ਜਾਂ ਫਿਰ ਅੱਜ ਕੈਮਲੂਪਸ ਦੇ ਫਨ ਦੇ ਵਿੱਚ ਹੈਗੇ ਹੋ? ਨਹੀਂ, ਡਾਇਰੀ ਤਾਂ ਨਾਲ ਹੀ ਹੁੰਦੀ ਹੈ ਜੀ। ਉਹ ਪੁਰਾਣਾ ਸ਼ੇਅਰ ਕੋਈ ਸ਼ੇਅਰ ਕਰ ਲੈਂਦੇ। ਅੱਛਾ ਜੀ, ਹਾਂ। ਸੋ ਕਰੋ ਜੀ ਪੁਰਾਣਾ ਸ਼ੇਅਰ। ਵੈਸੇ ਪੁਰਾਣਾ ਤੁਸੀਂ ਨਾ ਵੀ ਕਹਿੰਦੇ ਚੰਗਾ ਸੀ, ਬਟ ਚਲੋ ਨਹੀਂ ਕੋਈ ਗੱਲ ਨਹੀਂ। ਇਹ ਆਪਾਂ ਦੇਖੋ, ਅੱਜ ਜਿਹੜਾ ਹੈ ਨਾ ਨਵੀਂ ਚੀਜ਼ ਹੈ ਜਿਹੜੀ, ਉਹ ਇਹ ਹੈ ਵੀ ਪਾਰਕ ਦੇ ਵਿੱਚ ਬਹਿ ਕੇ ਪ੍ਰੋਗਰਾਮ ਕਰ ਰਹੇ ਆ। ਤੁਸੀਂ ਸਟੂਡੀਓ 'ਚ ਬੈਠੇ ਆ, ਤੁਸੀਂ ਉਹੀ 에ਅਰ ਕੰਡੀਸ਼ਨ ਲਾਈਵ ਹੀ ਹੈ ਜਿਹੜੀ ਹਰ ਰੋਜ਼ ਹੀ ਲੱਗਦੀ ਹੈ। ਮੈਂ ਅੱਜ ਇੱਕ ਨਵੀਂ ਜਗ੍ਹਾ ਤੇ, ਕਿੰਨੀ ਖੂਬਸੂਰਤ ਆਸੇ ਪਾਸੇ ਲੋਕ ਤੁਰਦੇ ਫਿਰਦੇ ਆ, ਸੈਰ ਕਰ ਰਹੇ ਆ, ਕਿੰਨਾ ਵਧੀਆ ਮੌਸਮ ਹੈ। ਥੋੜੀ ਥੋੜੀ ਹੁਣ ਧੁੱਪ ਨਿਕਲ ਰਹੀ ਹੈ ਤੇ ਠੰਡੀ ਠੰਡੀ ਹਵਾ ਚੱਲਦੀ ਹੈ। ਅੱਜ ਪਤਾ ਲੱਗਦਾ ਕਿ ਕੈਨੇਡਾ ਤੋਂ ਸ਼ੋਅ ਕਰ ਰਹੇ ਆਪਾਂ। ਹਾਂ ਬਿਲਕੁਲ ਬਿਲਕੁਲ, ਹੈ ਨਾ। ਸੋ ਲਿਆਓ ਫਿਰ ਭਾਜੀ, ਠੋਕੋ। ਲਾਲ ਡਾਇਰੀ ਕਹਿੰਦੀ ਆ ਜੀ, ਨਾਮ ਦਿਲ ਤੇ ਲਿਖਿਆ, ਬਾਹਾਂ ਤੇ ਨਹੀਂ। ਅੱਛਾ। ਤੇਰਾ ਨਾਮ ਦਿਲ ਤੇ ਲਿਖਿਆ, ਬਾਹਾਂ ਤੇ ਨਹੀਂ। ਜਿੰਨਾ ਤੇਰੇ ਤੇ ਯਕੀਨ ਆ, ਓਨਾ ਸਾਹਾਂ ਤੇ ਨਹੀਂ। ਆਏ ਹਾਏ 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 ਹਾਏ, ਕੀ ਬਾਤ ਹੈ। ਇਹ ਦੂਜੀ ਵਾਰ ਸੁਣਾਇਆ ਫਿਰ ਵੀ ਵਧੀਆ ਲੱਗਦਾ। ਨਹੀਂ, ਇਹ ਤਾਂ ਜਿੰਨੀ ਵਾਰੀ ਮਰਜ਼ੀ ਸੁਣੀ ਜਾਓ, ਹਰੇਕ ਵਾਰੀ ਵਧੀਆ ਲੱਗੂਗਾ। ਇਹ ਤੁਹਾਡੀ ਸ਼ੇਰੋ ਸ਼ਾਇਰੀ, ਮੈਂ ਕਹਾਂ ਕਿ ਕਈ ਲੋਕ ਸੋਚਦੇ ਹੋਣੇ ਆ ਕਿ ਇਹ ਸ਼ੇਰੋ ਸ਼ਾਇਰੀ ਦੀ ਅਲੱਗ ਇੱਕ ਵੀਡੀਓ ਬਣਨੀ ਚਾਹੀਦੀ ਹੈ, ਪਰ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਸਾਡਾ ਟਿਕਟੌਕ ਪੇਜ ਤੁਸੀਂ ਜ਼ਰੂਰ ਫੋਲੋ ਕਰੋ। ਸਾਰੀ ਸ਼ਾਇਰੀਆਂ ਜਿਹੜੀਆਂ ਨੇ, ਸ਼ਾਇਰੀਆਂ ਥਾਟ ਆਫ ਦਾ ਡੇ ਰਾਏ ਸਾਹਿਬ ਦੀ, ਉੱਥੇ ਵੀ ਤੁਸੀਂ ਜਾ ਕੇ ਸਿੱਧਾ ਦੇਖ ਸਕਦੇ ਹੋ, ਔਰ ਤੁਸੀਂ ਉਹ ਕਾਫੀ ਪਸੰਦ ਵੀ ਕਰ ਰਹੇ ਹੋ ਸਾਡੇ ਸਾਰੇ ਸੈਗਮੈਂਟਸ। ਉਹਦੇ ਵਿੱਚੋਂ ਸ਼ਾਇਰੀ ਵੀ ਇੱਕ ਸੈਗਮੈਂਟ ਹੈ, ਤੇ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਟਿਕਟੌਕ ਸਾਡਾ ਤੁਹਾਨੂੰ ਵੀ ਆਦਤ ਪੈ ਗਈ ਹੁਣ ਸੁਣਨ ਦੀ। ਨਹੀਂ, ਮੇਰੇ ਨਾਲ ਸਾਰਿਆਂ ਨੂੰ ਪੈ ਗਈ, ਪੂਰੀ ਦੁਨੀਆ ਨੂੰ ਪੈ ਗਈ ਭਾਈ, ਜਿੱਥੇ ਤੇ ਸਾਡਾ ਪ੍ਰੋਗਰਾਮ ਜਾਂਦਾ। ਪਰ ਲਾਲ ਡਾਇਰੀ ਜਿਹੜੀ ਉਹ ਛਪਾਣੀ ਪੈਣੀ ਹੈ ਜੀ ਐਟ ਦੀ ਐਂਡ ਆਫ ਦਾ ਈਅਰ। ਕੋਈ ਨਹੀਂ ਭਾਜੀ, ਪੰਜਾਬ ਦੇ ਵਿੱਚ ਕਹਿੰਦੇ ਨੇ ਕਿ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ, ਬਹੁਤ ਖਬਰਾਂ ਜਿਹੜੀਆਂ ਨੇ ਉਹ ਤਾਂ ਆ ਰਹੀਆਂ ਨੇ, ਪਰ ਇੱਕ ਬੜੀ ਇੰਟਰਸਟਿੰਗ ਔਰ ਬੜੀ ਅਜੀਬ ਜਿਹੀ ਖਬਰ ਹੈ ਕਿ ਜਦੋਂ ਪੰਜਾਬ ਬੰਦ ਸੀ, ਪੰਜਾਬ ਬੰਦ ਦੌਰਾਨ ਲੁਟੇਰਿਆਂ ਨੇ ਦੁਕਾਨ ਬੰਦ ਕਰਾਉਣ ਦੇ ਬਹਾਨੇ ਉੱਥੇ ਜੀ ਪਹੁੰਚੇ, ਔਰ ਉਸ ਤੋਂ ਬਾਅਦ ਦੁਕਾਨ ਪੂਰੀ ਲੁੱਟ ਲਈ ਜੀ। ਦੇਖੋ, ਇਹ ਜਿਹੜੀ ਖਬਰ ਹੈ ਨਾ ਸ਼ਵੀ ਜੀ, ਪੰਜਾਬ ਬੰਦ ਕਰਾਉਣ ਦੇ ਵਿੱਚ ਕਿਸੇ ਵੀ ਰੀਜ਼ਨ ਕਰਕੇ ਪੰਜਾਬ ਬੰਦ ਕਰਾਇਆ ਗਿਆ, ਬਹੁਤ ਵਧੀਆ ਗੱਲ ਹੈ। ਪਰ ਜਦੋਂ ਇਹੋ ਜਿਹੀਆਂ ਖਬਰਾਂ ਨਾਲ ਆਉਂਦੀਆਂ ਨਾ ਵੀ ਪੰਜਾਬ ਬੰਦ ਕਰਾਉਣ ਗਏ, ਦੁਕਾਨਾਂ ਬੰਦ ਕਰਾਉਣ ਗਏ, ਤੇ ਉਹਦੇ ਵਿੱਚ ਇਸ ਤਰ੍ਹਾਂ ਉਹਨੂੰ ਦੁਕਾਨਦਾਰ ਨੂੰ ਲੁੱਟ ਲਿਆ। ਇਹ ਇੱਕ ਦੁਕਾਨ ਦੀ ਤਾਂ ਆਪਣੇ ਕੋਲੇ ਖਬਰ ਆ, ਪਰ ਉਦੋਂ ਬਿਨਾਂ ਆਪਾਂ ਨੂੰ ਇਹ ਨਹੀਂ ਪਤਾ ਕਿ ਹੋਰ ਕਿੰਨੀਆਂ ਖੋਣਗੀਆਂ।
ਜੀ ਉਸ ਟਾਈਮ ਤੇ ਨਾ ਉਹ ਬੜਾ ਦੁੱਖ ਲੱਗਦਾ ਵੀ ਜਿਹੜਾ ਤੁਸੀਂ ਉੱਪਰੋਂ ਕੁਝ ਦਿਖਾਵਾ ਹੋਰ ਕਰਦੇ ਆ ਪਰ ਅੰਦਰ ਤੁਹਾਡੇ ਜਿਹੜਾ ਮਨ ਚ ਹੈ ਨਾ ਉਹ ਕੁਝ ਹੋਰ ਹੁੰਦਾ। ਉਹ ਜਿਹੜਾ ਮਨ ਚ ਕੁਝ ਹੋਰ ਹੈ ਨਾ ਉਹ ਦੇਖੋ ਸਾਡੀ ਇੱਕ ਦੂਜੇ ਨੂੰ ਬੇਇਤਬਾਰੀ ਤੇ ਟਰਸਟ ਹੈ ਜਿਹੜਾ ਉਹ ਖਰਾਬ ਕਰ ਦਿੰਦਾ। ਹੁਣ ਜੀ ਜਦੋਂ ਲੁੱਟਮਾਰ ਤੁਸੀਂ ਕਰਦੇ ਹੋ, ਜਿਹੜੀ ਲੁੱਟਮਾਰ ਕਰੀ ਆ ਉਹ ਲੁੱਟਮਾਰ ਕਰਕੇ ਤੁਸੀਂ ਕਿੱਥੇ ਲਿਜਾਓਗੇ? ਘਰੇ ਲਿਜਾਓਗੇ ਨਾ, ਘਰੇ ਲਿਜਾ ਕੇ ਖਾ ਲਓਗੇ, ਪੀ ਲਓਗੇ, 1-2-4 ਦਿਨ ਵਰਤ ਲਓਗੇ ਉਹਨੂੰ। 100-200 500 1000 ਰੁਪਈਆ ਜਾਂ 10,000 ਦਾ ਸਮਾਨ ਤੁਸੀਂ ਲੁੱਟ ਲਿਆ, ਪਰ ਉਹ ਜਿਹੜੇ ਬੰਦੇ ਦੀ ਦੁਕਾਨ ਦਾ ਤੁਸੀਂ ਉੱਥੇ ਨੁਕਸਾਨ ਕਰਿਆ, ਉਹਦਾ ਜਿਹੜਾ ਹਰਜਾਨਾ ਕੌਣ ਭਰੂਗਾ ਜੀ? ਬਿਲਕੁਲ ਉਹ ਚੋਰੀ ਜਾਂ ਲੁੱਟ ਕੇ ਤੁਸੀਂ ਜਿਹੜਾ ਆਪਦਾ ਮਨ ਹੈ ਉਹ ਤੁਸੀਂ ਖੁਸ਼ ਕਰ ਲਿਆ ਆਪਦਾ, ਪਰ ਜਿਹੜਾ ਦੂਜਾ ਇਨਸਾਨ ਹੈ ਨਾ ਉਹਦਾ ਮਨ ਖਰਾਬ ਕਰਤਾ। ਨੁਕਸਾਨ ਕਿੰਨਾ ਕਰਤਾ ਜੀ। ਔਰ ਇਹ ਗੱਲ ਅੰਮ੍ਰਿਤਸਰ ਦੇ ਪ੍ਰਤਾਪ ਨਗਰ ਦੀ ਹੈ, ਜਿੱਥੇ ਲੁਟੇਰੇ ਦੁਕਾਨ ਬੰਦ ਕਰਵਾਉਣ ਲਈ ਪ੍ਰਦਰਸ਼ਨਕਾਰੀਆਂ ਦੇ ਰੂਪ ਵਿੱਚ ਆਏ। ਇਸ ਦੌਰਾਨ ਉਹ ਕਬਾੜ ਦੀ ਦੁਕਾਨ ਬੰਦ ਕਰਾਉਣ ਲਈ ਕਹਿਣ ਲੱਗੇ ਜੀ, ਤੇ ਜਿਵੇਂ ਹੀ ਦੁਕਾਨ ਮਾਲਕ, ਜਿਨ੍ਹਾਂ ਦਾ ਨਾਮ ਹੈ ਰਮੇਸ਼ ਕੁਮਾਰ, ਦੁਕਾਨ ਬੰਦ ਕਰਨ ਲੱਗਿਆ ਤਾਂ ਲੁਟੇਰਿਆਂ ਨੇ ਉਸ ਤੇ ਪਿਸਤੌਲ ਤਾਣ ਦਿੱਤੀ ਜੀ। ਔਰ ਲੁਟੇਰੇ ਦੁਕਾਨ 'ਚ ਖੜੇ ਨੌਜਵਾਨ ਤੋਂ ਮੋਬਾਈਲ, ਸੋਨੇ ਦੀ ਚੇਨ ਤੇ ਨਾਲ ਭਾਜੀ ਜਿਹੜਾ ਉਹਨਾਂ ਕੋਲ ਮਾੜੀ ਮੋਟੀ ਰਕਮ ਹੋਣੀ ਹੈ 10,000 ਰੁਪਇਆ, ਉਹ ਵੀ ਚੱਕ ਕੇ ਜੀ ਉੱਥੋਂ ਫਰਾਰ ਹੋ ਗਏ। ਦੇਖੋ ਉਹੀ ਗੱਲ ਮੈਂ ਕਰਦਾ ਨਾ, ਉਹ 10,000 ਰੁਪਈਆ ਜਿਹੜਾ ਜਾਂ ਜੋ ਵੀ ਚੀਜ਼ਾਂ ਲੈ ਲੀਆਂ ਤੁਸੀਂ ਉਹ ਵਰਤ ਲੀਆਂ, ਵਰਤ ਕੇ ਤੁਸੀਂ 1-2 ਦਿਨ ਆਪਦਾ ਖੁਸ਼ ਹੋ ਗਏ। ਪਰ ਅੱਛਾ, ਕਬਾੜ ਦੀ ਦੁਕਾਨ ਹੈ ਭਾਜੀ, ਤੁਸੀਂ ਇਹ ਸੋਚੋ ਉਹ ਵਿਚਾਰੇ ਗਰੀਬ ਦੀ ਕੀ ਗਲਤੀ ਹੈ? ਬਿਲਕੁਲ। ਹੁਣ ਜੀ ਚਲੋ ਪੈਸੇ ਉਹ 10,000 ਰੁਪਈਆ ਉਹ ਤੋਂ ਲੁੱਟ ਕੇ ਲੈ ਗਏ, ਲੁੱਟ ਕੇ ਤੁਸੀਂ 2-4 ਦਿਨ ਲੰਘਾ ਲਿਆ, ਵਧੀਆ, ਪਰ ਉਹਦੇ ਨਾਲ ਕਿੰਨਾ ਕੁ ਤੁਹਾਨੂੰ ਸਕੂਨ ਮਿਲਿਆ? ਜੀ ਜੀ ਜੀ, ਉਹਨਾਂ ਨੇ ਮੌਕੇ ਦਾ ਫਾਇਦਾ ਚੱਕਿਆ ਜੀ, ਪ੍ਰਦਰਸ਼ਨਕਾਰੀ ਬਣ ਕੇ ਆਏ। ਉਹਨਾਂ ਨੂੰ ਪਤਾ ਕਿ ਉਹਨਾਂ ਨੇ ਕੁਝ ਜ਼ਿਆਦਾ ਸਵਾਲ ਜਵਾਬ ਨਹੀਂ ਕਰਨੇ, ਐਂਟਰ ਕਰਨ ਦੇਣਗੇ ਔਰ ਬੰਦ ਕਰਨ ਦੇ ਬਹਾਨੇ ਲੁੱਟ ਕੇ ਲੈ ਗਏ, ਜੋ ਕਿ ਬਹੁਤ ਹੀ ਮੰਦਭਾਗੀ ਖਬਰ ਆ। ਪੰਜਾਬ ਤੋਂ ਜਦੋਂ ਇਦਾਂ ਦੀਆਂ ਖਬਰਾਂ ਆਉਂਦੀਆਂ ਨੇ ਤਾਂ ਫਿਰ ਦਿਲ ਹੋਰ ਦੁਖਦਾ ਜੀ ਭਾਜੀ। ਦੇਖੋ ਜਦੋਂ ਅਸੀਂ ਜਿਹੜਾ ਕੁਝ ਨਹੀਂ ਗੇ ਨਾ, ਅਸੀਂ ਉਹ ਆਪਦੇ ਆਪ ਨੂੰ ਦਿਖਾਉਂਦੇ ਆ, ਦਿਖਾ ਕੇ ਤੇ ਤੁਸੀਂ ਜਿਹੜੀ ਹੈਗੀ ਆ ਉਹਨੂੰ ਲੁੱਟ ਮਾਰ ਕਰਦੇ ਆ ਇਹ ਜੀ, ਉਹਦੇ ਨਾਲ ਜਿਹੜੀ ਆਮ ਪਬਲਿਕ ਹੈ ਨਾ ਉਹਦੇ ਤੇ ਬਹੁਤ ਅਸਰ ਪੈਂਦਾ। ਇਹੋ ਜਿਹੀ ਥੋੜੀ ਜਿਹੀ ਫਰਕ ਹੈ ਇਦੂ ਖਬਰ, ਇਹੋ ਜਿਹੀ ਖਬਰ ਆ ਜਿਹੜੀ ਕੋਈ ਜਿਹੜੇ ਕਿਤੇ ਕੋਈ ਫੈਕਟਰੀ ਸੀਗੀ, ਉਹ ਫੈਕਟਰੀ ਦਾ ਜਿਹੜਾ ਮਾਲਕ ਸੀ ਨਾ ਉਹਨੇ ਹੀ ਆਪਦੇ ਬੰਦੇ ਤਿਆਰ ਕਰ ਲਏ ਕੁਛ ਕਰਨ ਨੂੰ, ਟੈਸਟ ਟੁਸਟ ਕਰਨ ਨੂੰ, ਤੇ ਉਹ ਲੋਕਾਂ ਨੇ ਫੜ ਲਏ। ਜਦੋਂ ਉਹਨਾਂ ਤੋਂ ਲੋਕਾਂ ਨੇ ਫੜ ਕੇ ਪੁੱਛਿਆ ਵੀ ਤੁਹਾਡੇ ਕੋਲੇ ਕੀ ਆ, ਗਵਰਨਮੈਂਟ ਦੀ ਕੀ ਅਥਾਰਟੀ ਆ, ਕਰਾ ਕੇ ਉਹ ਹੌਲੀ ਹੌਲੀ ਪਤਾ ਲੱਗ ਗਿਆ ਵੀ ਉਹ ਸਾਰਾ ਕੁਝ ਫੇਕ ਸੀਗਾ। ਹੁਣ ਦੇਖੋ ਕੀ ਰਹੇ ਆ ਤੁਸੀਂ, ਲੋਕਾਂ ਨੂੰ ਗੁੰਮਰਾਹ ਕਰ ਰਹੇ ਆ, ਲੋਕਾਂ ਨੂੰ ਇਹੋ ਜਿਹੀਆਂ ਚੀਜ਼ਾਂ ਦੱਸ ਰਹੇ ਆ ਜਿਹੜੀ ਉਹ ਜੇ ਕੋਈ ਅਸਲੀ ਵੀ ਹੋਵੇ ਨਾ, ਹੁਣ ਜੇ ਕੋਈ ਇਹ ਜਿਹੜੀ ਦੁਕਾਨ ਲੁੱਟੀ ਆ, ਜੇ ਮੈਂ ਇਹਦੇ ਤੇ ਚਲਿਆ ਜਾਂਦਾ, ਹੁਣ ਅਗਲੀ ਵਾਰੀ ਜੇ ਕੋਈ ਸਹੀ ਵੀ ਬੰਦਾ ਉਹਦੇ ਕੋਲੇ ਆ ਕੇ ਉਹਦੀ ਸਹਾਇਤਾ ਕਰਨੀ ਚਾਹੂਗਾ ਤੇ ਉਹ ਝਿਜਕੂਗਾ ਉਸ ਤੋਂ ਜੀ। ਰਾਈਟ। ਸੋ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਜੀ। ਜਦੋਂ ਇਹੋ ਜੀ ਸਪੈਸ਼ਲੀ ਸਿਚੁਏਸ਼ਨ ਹੁੰਦੀ ਆ, ਤੁਸੀਂ ਇੱਕ ਦੂਜੇ ਦੇ ਨਾਲ ਕੋਆਪਰੇਟ ਕਰੋ, ਇੱਕ ਦੂਜੇ ਦੇ ਨਾਲ ਸਹਾਇਤਾ ਕਰੋ। ਜੇ ਕਿਸੇ ਨੂੰ ਕੋਈ ਸਹਾਇਤਾ ਦੀ ਲੋੜ ਆ ਉਹ ਕਰੋ, ਬਜਾਏ ਕਿ ਤੁਸੀਂ ਲੁੱਟੋ। ਜੀ 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 ਬਿਲਕੁਲ ਜੀ। ਸੋ ਹੁਣ ਦੇਖਦੇ ਆ ਫੜੇ ਜਾਂਦੇ ਕਿ ਨਹੀਂ ਫੜੇ ਜਾਂਦੇ, ਕਿੱਥੋਂ ਫੜੇ ਜਾਣਾ ਜੀ। ਔਰ ਪਰ ਇਹ ਜਿਹੜੀ ਖਬਰ ਆ ਉਹ ਮੈਂ ਕਿਹਾ ਦੱਸਣੀ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਕੁਝ ਵੀ ਉੱਥੇ ਵਾਪਰਦਾ ਜੀ, ਬਹੁਤ ਕੁਝ ਹੁੰਦਾ ਜੀ ਇਹ। ਜੀ 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 ਭਾਈ, ਜਿਹੜੀ ਅਗਲੀ ਖਬਰ ਹੈ ਉਹ ਹੈਗੀ ਹੈ ਜੀ MP ਅਜੇ ਸਿੰਘ ਦਿਓਲ ਦੇ ਬਾਰੇ। ਇਹ ਤੁਸੀਂ ਜਾਣਦੇ ਹੋ ਉਹਨਾਂ ਨੂੰ? ਤੁਸੀਂ ਉਹ ਅਸਲੀ ਨਾਂ ਲਾਓ ਜੀ, ਸਨੀ ਦਿਓਲ। ਸੋ ਇਹਨਾਂ ਦਾ ਵੈਸੇ ਅਜੇ ਸਿੰਘ ਦਿਓਲ ਨੂੰ ਮੇਰਾ ਖਿਆਲ ਨਹੀਂ ਕੋਈ ਜਾਣਦਾ, ਸਨੀ ਦਿਓਲ ਨੂੰ ਸਾਰੀ ਦੁਨੀਆ ਜਾਣਦੀ ਹੈ। ਉਹੀ ਜੀ, ਪੂਰਾ ਨਾਂ ਤੇ ਜਿਹੜਾ ਇਹਨਾਂ ਦਾ ਜਿਹੜਾ ਕਹਿ ਲਓ ਨਾਂ ਹੈਗਾ ਪੱਕਾ, ਉਹ ਹੈਗਾ ਅਜੇ ਸਿੰਘ ਧਰਮਿੰਦਰ ਦਿਓਲ। ਔਰ ਇਹਨਾਂ ਦਾ ਜਿਹੜਾ ਸਟੇਜ ਨੇਮ ਹੈ ਉਹ ਹੈਗਾ ਸਨੀ ਦਿਓਲ, ਜੋ ਕਿ ਐਕਟਰ ਨੇ, ਫਿਲਮ ਡਾਇਰੈਕਟਰ ਨੇ, ਪ੍ਰੋਡਿਊਸਰ ਨੇ ਔਰ ਪੋਲੀਟੀਸ਼ੀਅਨ ਵੀ ਨੇ, ਤੇ ਮੈਂਬਰ ਆਫ ਪਾਰਲੀਮੈਂਟ ਨੇ ਜੀ ਗੁਰਦਾਸਪੁਰ ਤੋਂ। ਔਰ ਅੱਜ ਕੱਲ ਕਹਿੰਦੇ ਨੇ ਗਦਰ ਵਾਲੇ ਮੂਡ ਚ ਨੇ ਜੀ, ਪੂਰੇ ਉਦਾਂ ਦਾ ਹੀ ਪਹਿਰਾਵਾ ਤੇ ਉਦਾਂ ਦੀ ਹੀ ਪੱਗ ਬੰਨ ਕੇ ਦਾੜੀ ਦੂੜੀ ਰੱਖੀ ਹੋਈ ਹੈ, ਐਂਡ ਫਿਟ ਨੇ ਜੀ, ਬਹੁਤ ਸੋਹਣੇ ਲੱਗਦੇ ਨੇ।
ਔਰ ਇੰਡੀਆ ਭਰ ਦੇ ਵਿੱਚ, ਭਾਰਤ ਭਰ ਦੇ ਵਿੱਚ ਜਾ ਜਾ ਕੇ ਉਹ ਆਪਣੀ ਫਿਲਮ ਪ੍ਰਮੋਟ ਕਰ ਰਹੇ ਨੇ ਅਮੀਸ਼ਾ ਪਟੇਲ ਦੇ ਨਾਲ, ਆਪਣੀ ਟੀਮ ਦੇ ਨਾਲ। ਤੇ ਰੀਸੈਂਟਲੀ ਉਹ ਜਦੋਂ ਪ੍ਰਮੋਟ ਕਰਨਗੇ ਪੰਜਾਬ ਦੇ ਵਿੱਚ, ਤੇ ਉਹ ਅੰਮ੍ਰਿਤਸਰ ਗਏ ਜੀ, ਹਰਿਮੰਦਰ ਸਾਹਿਬ ਉਹਨਾਂ ਨੇ ਮੱਥਾ ਵੀ ਟੇਕਿਆ, ਤੇ ਉਸ ਤੋਂ ਬਾਅਦ ਜਾ ਕੇ ਉਹਨਾਂ ਨੇ ਵਾਹਗਾ ਬਾਰਡਰ ਤੇ ਜਾ ਕੇ ਵੀ ਕਈ ਉੱਥੇ ਜਾ ਕੇ ਵੀ ਗੱਲਾਂ ਬਾਤਾਂ ਕੀਤੀਆਂ, ਆਪਣੇ ਫੈਨਸ ਨੂੰ ਮਿਲੇ, ਆਪਣੀ ਫਿਲਮ ਪ੍ਰਮੋਟ ਕੀਤੀ, ਕੋਈ ਨਾਅਰੇਬਾਜ਼ੀਆਂ ਵੀ ਕੀਤੀਆਂ। ਤੇ ਉਸ ਤੋਂ ਬਾਅਦ ਕਹਿੰਦੇ ਨੇ ਉੱਥੋਂ ਕੁਝ ਕਿਲੋਮੀਟਰ ਦੂਰ ਸੀਗਾ ਜੀ ਉਹਨਾਂ ਦੀ ਜਿਹੜੀ ਕਨਸਟੀਟੂਐਂਸੀ ਹੈ, ਹਾਂਜੀ, ਗੁਰਦਾਸਪੁਰ, ਉੱਥੇ ਨਹੀਂ ਗਏ, ਉੱਥੇ ਉਹਨੇ ਫਿਲਮ ਪ੍ਰਮੋਟ ਨਹੀਂ ਕੀਤੀ। ਗੱਲ ਇਹ ਆ ਸ਼ਵੀ ਜੀ, ਜਦੋਂ ਪਿਛਲੀ ਇਲੈਕਸ਼ਨ ਹੋਈ ਆ ਨਾ ਸੈਂਟਰ ਦੀ, ਉਦੋਂ ਜਿਹੜੀ ਗੁਰਦਾਸਪੁਰ ਤੇ ਸਨੀ ਦਿਓਲ ਨੂੰ ਬੀਜੇਪੀ ਨੇ ਆਪਦਾ ਕੈਂਡੀਡੇਟ ਐਲਾਨਿਆ। ਬੀਜੇਪੀ ਦੇ ਸਨੀ ਦਿਓਲ ਦੇ ਉਲਟ ਸੀਗੇ ਆਪਣੇ ਸੁਨੀਲ ਜਾਖੜ, ਉਦੋਂ ਇਹ ਕਾਂਗਰਸ ਸੀਗੇ ਜੀ। ਬੀਜੇਪੀ ਦੀ ਆਪਾਂ ਗੱਲ ਅੱਗੇ ਵੀ ਕਰੀ ਆ ਸ਼ਵੀ ਜੀ, ਬੀਜੇਪੀ ਜਿਹੜੀ ਪਾਰਟੀ ਹੈ ਨਾ, ਇਹਨਾਂ ਦਾ ਮਕਸਦ ਇੱਕੋ ਹੀ ਹੈ ਵੀ ਉਹ ਜਿਹੜੀ ਸੀਟ ਹੈ ਉਹਨੂੰ ਕਿਵੇਂ ਜਿੱਤਣਾ। ਉਹ ਸੀਟ ਇੱਕ ਜਿੱਤ ਕੇ, ਹੋਰ ਦੂਜੀਆਂ ਜਿੱਤ ਕੇ, ਤੇ ਉਸ ਇਲਾਕੇ ਦੀ ਜੇ ਆਪਾਂ ਸਟੇਟ ਦੀ ਇਲੈਕਸ਼ਨ ਦੀ ਗੱਲ ਕਰਦੇ ਹਾਂ ਤਾਂ ਵੀ ਉਹਦੇ 'ਚ ਆਪਦੀ ਗੌਰਮੈਂਟ ਕਿਵੇਂ ਬਣਾਉਣੀ ਹੈ, ਤੇ ਜਿਹੜੀ ਹੈਗੀ ਆ ਸੈਂਟਰ ਦੀ ਗੌਰਮੈਂਟ ਇੰਡੀਆ ਦੀ, ਉੱਥੇ ਆਪਦੀ ਗੌਰਮੈਂਟ ਕਿਵੇਂ ਬਣਾਉਣੀ ਆ। ਮੇਨ ਮਕਸਦ ਬੀਜੇਪੀ ਦਾ ਇਹ ਹੈ। ਤੇ ਬੀਜੇਪੀ ਨੇ ਬਹੁਤ ਜਿਹੜੇ ਵੱਖਰੇ ਵੱਖਰੇ ਇਲਾਕੇ ਸੀਗੇ, ਉਹਨਾਂ ਦੇ ਵਿੱਚ ਜਿਹੜੇ ਮਸ਼ਹੂਰ ਲੋਕ ਸੀ ਨਾ, ਚਾਹੇ ਉਹਨੂੰ ਕੋਈ ਪੋਲਿਟਿਕਸ ਦੀ ਜਾਣਕਾਰੀ ਹੈਗੀ ਆ ਜਾਂ ਨਹੀਂ ਹੈਗੀ, ਉਹਨਾਂ ਨੂੰ ਉੱਥੇ ਆਪਦੇ ਉਮੀਦਵਾਰ ਬਣਾ ਕੇ ਤੇ ਉਹਨਾਂ ਨੂੰ ਲੋਕਾਂ ਤੋਂ ਵੋਟਾਂ ਪਵਾ ਕੇ ਜਿਤਾ ਲਿਆ, ਜਿਤਾ ਕੇ ਗੌਰਮੈਂਟ ਸੈਂਟਰ 'ਚ ਬਣ ਗਈ। ਹੁਣ ਦੇਖੋ, ਗੌਰਮੈਂਟ ਸੈਂਟਰ 'ਚ ਬਣਨ ਤੋਂ ਬਾਅਦ ਜੇ ਮੈਂ ਗੱਲ ਕਰਾਂ ਤਾਂ ਮੇਰਾ ਖਿਆਲ ਹੈ ਵੀ ਸਨੀ ਦਿਓਲ ਹੁਣੀ ਇੱਕ ਵਾਰੀ ਮੇਰਾ ਖਿਆਲ ਆਏ ਆ ਇਲੈਕਸ਼ਨ ਤੋਂ ਬਾਅਦ। ਅੱਛਾ, ਆਏ ਇੱਕ ਵਾਰੀ ਆਏ ਆ। ਉਦੋਂ ਬਾਅਦ ਜਿਹੜੀ ਹੁਣ ਤੁਸੀਂ ਜਿਹੜੀ ਗੱਲ ਕਰਦੇ ਆ, ਉੱਥੇ ਦੇਖੋ ਹਰਿਮੰਦਰ ਸਾਹਿਬ ਵੀ ਗਏ ਆ, ਹਰਿਮੰਦਰ ਸਾਹਿਬ ਤੋਂ ਬਾਅਦ ਬਾਰਡਰ ਤੇ ਵੀ ਗਏ ਆ। ਬਾਰਡਰ ਤੋਂ ਜੇ ਅਸੀਂ ਜਿਹੜੀ ਉਹਨਾਂ ਦਾ ਇਲਾਕਾ ਜਿੱਥੋਂ ਉਹ MP ਬਣੇ ਆ, ਉਹ ਮੇਰਾ ਖਿਆਲ ਕੋਈ 20-22 ਕਿਲੋਮੀਟਰ ਦੀ ਦੂਰੀ ਤੇ ਆ, ਤੇ ਉਹ ਉੱਥੇ ਨਹੀਂ ਜਾ ਸਕੇ ਵੀ ਆਪਦੇ ਇਲਾਕੇ ਦੇ ਵਿੱਚ ਜਾ ਕੇ ਜਿਹੜੇ ਉਹ ਇਲਾਕੇ ਦੇ ਲੋਕ ਆ ਉਹਨਾਂ ਨੂੰ ਮਿਲ ਸਕਣ। ਉਹ ਨਹੀਂ ਉਹਨਾਂ ਤੋਂ ਕਰਿਆ ਗਿਆ। ਹੁਣ ਤੁਸੀਂ ਮੈਨੂੰ ਦੱਸੋ ਵੀ ਜਿਹੜਾ ਇੱਕ ਮੈਂਬਰ ਪਾਰਲੀਮੈਂਟ ਹੈ ਇਲੈਕਟ ਹੋਇਆ ਵਿਆ, ਤੇ ਉਹ ਆਪਦੇ ਜਿਹੜੇ ਇਲਾਕੇ ਦੇ ਵਿੱਚ ਨਹੀਂ ਜਾ ਸਕਦਾ ਜਾਂ ਗਿਆ ਨਹੀਂ, ਸਿਰਫ ਤੇ ਸਿਰਫ ਜਿਹੜਾ ਵੱਧ ਤੋਂ ਵੱਧ 10 ਮਿੰਟ ਦੀ ਡਰਾਈਵ ਸੀਗੀ, ਉੱਥੇ ਨਹੀਂ ਜਾਇਆ ਗਿਆ, ਉੱਥੋਂ ਦੇ ਲੋਕਾਂ ਨੂੰ ਨਹੀਂ ਮਿਲ ਕੇ ਗਿਆ, ਤੇ ਉਹ ਲੋਕਾਂ ਵਾਸਤੇ ਕੀ ਕਰ ਸਕਦਾ ਹੈ। ਬਿਲਕੁਲ ਬਿਲਕੁਲ ਬਿਲਕੁਲ। ਸੋ ਉਹੀ ਗੱਲ ਹੈ, ਹੁਣ ਜਿਹੜੇ ਗੁਰਦਾਸਪੁਰ ਦੇ ਲੋਕ ਨੇ, ਉਹ ਜਿਹੜੇ ਕਿ ਫੈਨ ਸੀਗੇ ਸਨੀ ਦਿਓਲ ਸਾਹਿਬ ਦੇ, ਜਿਨ੍ਹਾਂ ਨੇ ਉਹਨਾਂ ਨੂੰ ਸਰ ਤੇ ਚੜਾਇਆ ਤੇ ਜਿਤਾਇਆ, ਤੇ ਬਹੁਤ ਵਧੀਆ ਮਾਰਜਨ ਨਾਲ ਵੀ ਜਿਤਾਇਆ। ਔਰ ਗਦਰ ਫਿਲਮ ਤੋਂ ਲੈ ਕੇ ਮੈਨੂੰ ਲੱਗਦਾ 100 ਤੋਂ ਉੱਪਰ ਫਿਲਮਾਂ ਦੇ ਵਿੱਚ ਸਨੀ ਦਿਓਲ ਸਾਹਿਬ ਨੇ ਅਦਾਇਗੀ ਕੀਤੀ ਹੈ, ਕਈ ਫਿਲਮਾਂ ਡਾਇਰੈਕਟ ਵੀ ਕੀਤੀਆਂ ਨੇ। ਧਰਮਿੰਦਰ ਸਾਹਿਬ ਦਾ ਬਹੁਤ ਨਾਮ ਹੈ ਜੀ ਪੰਜਾਬ ਦੇ ਵਿੱਚ ਵੀ, ਹਰ ਪਾਸੇ। ਤੇ ਸਨੀ ਦਿਓਲ ਸਾਹਿਬ ਦੇ ਜੇ ਫੈਨਸ ਦੀ ਗੱਲ ਕਰੀਏ ਤੇ ਬਹੁਤ ਬੇਸ਼ੁਮਾਰ ਨੇ। ਪਰ ਹੁਣ ਗੁਰਦਾਸਪੁਰ ਦੇ ਵਿੱਚ ਉਹਨਾਂ ਨੇ ਫੈਸਲਾ ਲਿਆ ਹੈ, ਕਈ ਗਰੁੱਪਸ ਨੇ, ਕਿ ਉਹ ਬਿਲਕੁਲ ਬॉयकॉट ਕਰਨਗੇ ਜੀ ਹੁਣ ਗਦਰ ਜਿਹੜੀ ਫਿਲਮ ਆ ਰਹੀ ਹੈ, ਕਿਉਂਕਿ ਉਹਨਾਂ ਦੀ ਨਾ ਤਾਂ ਕੋਈ ਸੁਣਵਾਈ ਹੈ, ਨਾ ਤਾਂ ਕੋਈ ਗੱਲ ਦਾ ਜਵਾਬ ਹੈ, ਨਾ ਕੋਈ ਚਿੱਠੀਆਂ ਦਾ ਜਵਾਬ ਹੈ, ਨਾ ਉੱਥੇ ਕੋਈ ਆਉਂਦਾ, ਨਾ ਕੋਈ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਜਵਾਬ ਦਿੱਤਾ ਜਾਂਦਾ ਹੈ। ਸੋ ਉਹ ਬਹੁਤ ਜ਼ਿਆਦਾ ਕਹਿ ਲਓ ਗੁੱਸੇ ਦੇ ਵਿੱਚ ਨੇ, ਜਾਂ ਡਿਸਅਪੁਆਇੰਟਡ, ਮੈਂ ਜ਼ਿਆਦਾ ਕਹਾਂਗਾ, ਗੁੱਸਾ ਘੱਟ, ਡਿਸਅਪੁਆਇੰਟਡ ਜ਼ਿਆਦਾ ਨੇ ਆਪਣੇ ਸੁਪਰਸਟਾਰ ਤੋਂ, ਆਪਣੇ ਅਭਿਨੇਤਾ ਤਾਂ ਹੈ ਹੀ ਨੇ ਪਰ ਨੇਤਾ ਤੋਂ। ਤੇ ਹੁਣ ਮੈਨੂੰ ਲੱਗਦਾ ਕਿ ਉੱਥੇ ਲੋਕ ਕਹਿ ਰਹੇ ਨੇ ਕਿ ਅਸੀਂ ਗਦਰ ਦਾ ਬॉयकॉट ਕਰਾਂਗੇ। ਬਿਲਕੁਲ ਜੀ ਕਰਨਗੇ, ਪਰ ਬੀਜੇਪੀ ਨੇ ਕੀ ਕਰਨਾ ਨਾ, ਬੀਜੇਪੀ ਨੇ ਅਗਲੀ ਵਾਰੀ ਕਿਸੇ ਨੂੰ ਹੋਰ ਜਿਹੜਾ ਮਸ਼ਹੂਰ ਹੋਊਗਾ, ਜਿਹੜਾ ਉਹਨਾਂ ਨੂੰ ਪਤਾ ਹੈ ਵੀ ਜਿਹਨੇ ਜਿੱਤ ਜਾਣਾ, ਉਹੇ ਜੇ ਕੈਂਡੀਡੇਟ ਨੂੰ ਲੈ ਕੇ ਆਉਣਗੇ ਉੱਥੇ। ਸਨੀ ਦਿਓਲ ਦਾ ਤਾਂ ਅਗਲੀ ਵਾਰੀ ਕੋਈ ਚਾਂਸ ਹੈ ਨਹੀਂਗਾ ਉੱਥੇ ਜਿੱਤਣ ਦਾ।
ਹੈ ਨਹੀਂਗਾ ਜੀ ਬਿਲਕੁਲ। ਜਿਹੜੀ ਫਿਲਮ ਦੇ ਵਿੱਚ ਫਿਲਮ ਨੂੰ ਚਾਂਸ ਨਹੀਂ ਮਿਲ ਰਿਹਾ ਤਾਂ ਮੈਨੂੰ ਲੱਗਦਾ ਕਿ ਉਹਨਾਂ ਦੀ ਪੋਜੀਸ਼ਨ ਨੂੰ ਸ਼ਾਇਦ ਚਾਂਸ ਨਾ ਮਿਲੇ। ਤੇ ਹੁਣ ਦੇਖਦੇ ਹਾਂ ਜੀ ਅੱਗੇ ਜਾ ਕੇ ਹੁਣ ਕੀ ਹੁੰਦਾ। ਗੁਰਦਾਸਪੁਰ ਦਾ ਜਿਹੜਾ ਫਿਊਚਰ ਹੈ ਜਾਂ ਫਿਰ ਉਹਨਾਂ ਦੇ ਜਿਹੜੇ ਲੋਕਾਂ ਦੀ ਐਕਸਪੈਕਟੇਸ਼ਨ ਉਹ ਅਗਲੇ ਇਲੈਕਸ਼ਨ ਤੱਕ ਇੱਦਾਂ ਹੀ ਰਹਿਣੀ ਹੈ ਜੀ। ਸੋ ਉਸ ਤੋਂ ਬਾਅਦ ਕੀ ਫੇਰ ਬਦਲ ਹੁੰਦਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗ ਜਾਵੇਗਾ। ਪਰ ਅਜੇ ਸਿੰਘ ਦਿਓਲ ਸਾਹਿਬ ਦੇ ਲਈ ਥੋੜੀ ਜਿਹੀ ਹੈ ਡਿਸਅਪੋਇੰਟਿੰਗ ਖਬਰ ਵੀ ਜ਼ਰੂਰ ਹੈ। ਸੋ ਭਾਜੀ ਹੁਣ ਸਮਾਂ ਹੋ ਗਿਆ ਹੈ, ਅਸੀਂ ਵਾਪਸ ਪਹੁੰਚੀਏ। ਤੁਹਾਨੂੰ ਪਾਰਕ ਤੇ ਲਾ ਕੇ ਮੈਂ ਵਾਪਸ ਕੈਲਗਰੀ ਆਵਾਂ ਤੇ ਉਸ ਤੋਂ ਬਾਅਦ ਤੁਸੀਂ ਹੁਣ ਇੱਥੇ ਆ ਜਾਓ ਸਾਡੇ ਸਟੂਡੀਓ ਦੇ ਵਿੱਚ ਚਰਨ ਪਾਓ ਤੇ ਸੋਮਵਾਰ ਤੋਂ ਹੁਣ ਅਸੀਂ ਇਕੱਠੇ ਮਿਲ ਕੇ ਸਟੂਡੀਓ ਤੋਂ ਕਰਿਆ ਕਰੀਏ। ਔਰ ਇੱਥੇ ਤੁਸੀਂ ਆਓ, ਮੈਨੂੰ ਲੱਗਦਾ ਕਿ ਇੱਥੇ ਦੇ ਜਿਹੜੇ ਪਾਰਕਸ ਨੇ ਉਹਨਾਂ ਨੂੰ ਵੀ ਐਕਸਪਲੋਰ ਕਰਦੇ ਆ ਭਾਜੀ। ਉੱਥੇ ਜਾ ਕੇ ਵੀ ਅਸੀਂ ਇਕੱਠੇ ਮਿਲ ਕੇ ਕਦੇ ਕਦਾਈ ਸ਼ੋਅ ਕਰਿਆ ਕਰੀਏ। ਹਾਂ ਬਿਲਕੁਲ ਜੀ ਬਿਲਕੁਲ। ਵੈਸੇ ਬਹੁਤ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਮੈਨੂੰ ਇਜਾਜ਼ਤ ਦੇ ਦਿੱਤੀ ਹੈ ਵੀ ਮੈਂ ਸਟੂਡੀਓ 'ਚ ਆ ਸਕਦਾ। ਕੀ ਬਾਤ ਹੈ। ਸੋ ਤੁਹਾਡੇ ਨਾਲ ਹੋਏਗੀ ਭਾਜੀ ਫਿਰ ਮੁਲਾਕਾਤ ਹੁਣ ਮੰਡੇ। ਤੇ ਅੱਜ ਲਈ ਬਹੁਤ ਬਹੁਤ ਧੰਨਵਾਦ। ਡਰਾਈਵ ਸੇਫ ਔਰ ਵਧੀਆ ਤੁਸੀਂ ਇੰਜੋਏ ਕਰੋ ਆਪਣਾ ਜਿਹੜਾ ਹੁਣ ਤੁਹਾਡਾ ਵੀਕਐਂਡ ਹੈ, ਇਹਨੂੰ ਵਧੀਆ ਆਰਾਮ ਦੇ ਨਾਲ ਰਿਲੈਕਸ ਕਰਕੇ ਤੁਸੀਂ ਫਿਰ ਮੰਡੇ ਸਾਡੇ ਕੋਲ ਪਹੁੰਚੋ ਭਾਜੀ। ਔਰ ਏਦਾਂ ਹੀ ਸਾਰਿਆਂ ਨੂੰ ਵੀ ਮੈਂ ਕਹੂੰਗਾ ਕਿ ਜਿਹੜਾ ਵੀਕਐਂਡ ਆ ਰਿਹਾ ਉੱਥੇ ਸਾਰੇ ਰਿਲੈਕਸ ਕਰਨ। ਥੈਂਕ ਯੂ ਸੋ ਮਚ ਭਾਜੀ। ਧੰਨਵਾਦ ਸ਼ਵੀ ਜੀ, ਧੰਨਵਾਦ। ਥੈਂਕ ਯੂ। ਔਰ ਥੈਂਕ ਯੂ ਤੁਹਾਡੇ ਸਾਰਿਆਂ ਦਾ ਜੀ, ਧੰਨਵਾਦ ਬਹੁਤ ਬਹੁਤ ਜਿਹੜੇ ਪ੍ਰੋਗਰਾਮ ਰਾਹੀਂ ਸਾਡੇ ਨਾਲ ਜੁੜੇ। ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਹੈ ਤੇ ਜ਼ਰੂਰ ਸਾਨੂੰ ਤੁਸੀਂ ਕਾਲ ਕਰ ਸਕਦੇ ਹੋ, ਮੈਸੇਜ ਕਰ ਸਕਦੇ ਹੋ, ਕਮੈਂਟ ਕਰ ਸਕਦੇ ਹੋ ਤੇ ਸਾਡੇ ਨਾਲ ਤੁਸੀਂ ਜੁੜ ਸਕਦੇ ਹੋ। IPTV ਤੇ ਪੰਜਾਬੀ ਸੈਕਸ਼ਨ ਦੇ ਵਿੱਚ ਜਾਓ ਜੀ ਔਰ ਸਾਡਾ ਚੈਨਲ ਲੱਭ ਲਓ। ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ BTV ਇਕੱਠਾ ਲਿਖਣਾ ਹੈ, ਨੋ ਸਪੇਸ, ਐਂਡ ਉਸ ਤੋਂ ਬਾਅਦ ਕੈਨੇਡਾ ਲਿਖਣਾ ਹੈ ਤੇ ਸਾਡਾ ਜਿਹੜਾ TV ਹੈ ਉੱਥੇ ਮਿਲ ਜਾਣਾ ਹੈ। ਔਰ ਉਸ ਦੇ ਨਾਲ ਨਾਲ ਜਿੰਨੇ ਵੀ ਸੋਸ਼ਲ ਮੀਡੀਆ ਪਲੇਟਫਾਰਮਸ ਨੇ ਜਿਸ ਦੇ ਵਿੱਚ YouTube, Facebook, Instagram, TikTok, Spotify, Amazon, ਸਾਰੇ ਪਾਸੇ ਹੀ BTV ਨੂੰ ਤੁਸੀਂ ਲੱਭ ਸਕਦੇ ਹੋ ਤੇ ਸੁਣ ਵੀ ਸਕਦੇ ਹੋ, ਦੇਖ ਵੀ ਸਕਦੇ ਹੋ। ਬਹੁਤ ਪਿਆਰ ਦੇ ਰਹੇ ਹੋ, ਏਦਾਂ ਹੀ ਸਾਡੇ ਸਾਰੇ ਹੀ ਪ੍ਰੋਗਰਾਮਸ ਨੂੰ ਤੁਸੀਂ ਪਿਆਰ ਦਿੰਦੇ ਰਹੋ। ਔਰ ਇਸੇ ਉਮੀਦ ਦੇ ਨਾਲ ਕਿ ਤੁਹਾਡਾ ਵੀਕਐਂਡ ਵਧੀਆ ਰਹੂਗਾ ਜੀ। ਸੈਟਰਡੇ ਸੰਡੇ ਵਧੀਆ ਆਰਾਮ ਨਾਲ ਰਿਲੈਕਸ ਕਰੋ ਜੀ। ਔਰ ਜੇ ਤੁਸੀਂ ਕੰਮ ਕਰ ਰਹੇ ਹੋ ਵੀਕਐਂਡ ਤੇ ਤਾਂ ਵੀ ਤੁਸੀਂ ਇੱਕਦਮ ਇਤਮਾਨਾਨ ਨਾਲ ਆਪਣਾ ਕੰਮ ਕਰਦੇ ਰਹੋ, ਮਿਹਨਤ ਕਰਦੇ ਰਹੋ ਜੀ। ਔਰ ਮਿਹਨਤ का नाम ही जिंदगी है वो कहते हैं। और वाकई मेहनत और नाल दे नाल अपने फैमिली नु टाइम भी दियो, काम भी करो और बैलेंस बनाई रखो जी। और इसे ब्यूटीफुल थॉट दे नाल, इस बैलेंस दे नाल मैनू दियो जी इजाजत। स्वस्थ रहो जी, मस्त रहो जी और देखते रहो BTV। मिलांगे मंडे सवेरे 8 बजे ब्राइटवेज प्रोग्राम दे विच। ऑलवेज कीप वॉचिंग BTV, बी पॉजिटिव, बी योरसेल्फ।